ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਗੁਰੂ ਸਵਾਰਿਓ, ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਸਦਕਾ ਅਸੀਂ ਓੰਕਾਰ ਬਾਣੀ ਦੀ ਵਿਚਾਰ ਕਰ ਚੁੱਕੇ ਹਾਂ। ਜਿਸ ਤਰ੍ਹਾਂ ਬਾਣੀ ਦੇ ਆਰੰਭ ਵਿੱਚ ਕੁਝ ਵਿਚਾਰਾਂ ਕੀਤੀਆਂ ਸਨ, ਉਹਨਾਂ ਵਿਚਾਰਾਂ ਨੂੰ ਦੁਬਾਰਾ ਦੁਹਰਾ ਰਹੇ ਹਾਂ, ਤਦ ਕਿ ਇਸ ਬਾਣੀ ਦੇ ਲਿਖਣ ਦੇ ਪਰਪਸ ਲਈ ਬਾਰੇ, ਮਨੋਰਥ ਬਾਰੇ ਸਾਨੂੰ ਸਾਰੀ ਸਮਝ ਆ ਜਾਏ। ਬਾਣੀ ਦਾ ਨਾਮ ਕੀ ਹੈ, ਬਾਣੀ ਕਿਹੜੇ ਰਾਗ ਵਿੱਚ ਹੈ, ਇਹ ਕੁਝ ਗੱਲਾਂ ਹਨ ਜਿਹੜੀਆਂ ਕਰਨੀਆਂ ਜ਼ਰੂਰੀ ਹਨ। ਬਾਣੀ ਕਿੱਥੇ ਉਚਾਰਨ ਕੀਤੀ ਗਈ, ਕਿਉਂ ਉਚਾਰਨ ਕੀਤੀ ਗਈ, ਇਹਦਾ ਮਕਸਦ ਕੀ ਹੈ, ਇਹ ਉਚਾਰਨ ਦੇ ਇਹ ਸਮਝਣ ਦੀ ਲੋੜ ਹੈ। ਇਹ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 929 ਤੇ ਹੈ। ਜਿਵੇਂ ਅਸੀਂ ਸਕਰੀਨ ਤੋਂ ਦੇਖ ਰਹੇ ਹਾਂ ਕਿ ਇਸ ਬਾਣੀ ਦੇ ਸਰਲੇਖ ਦੇ ਵਿੱਚ ਰਾਮਕਲੀ, ਮਹਿਲਾ ਪਹਿਲਾ, ਦੱਖਣੀ ਓੰਕਾਰ, ਇਹ ਸਮਝਣ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਸਾਡੇ ਕੋਲ ਪੁਰਾਤਨ ਸਰੂਪ ਹਨ, ਜਿਹੜੇ ਲੜੀਵਾਰ ਸਰੂਪ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਂ, ਉਹਨਾਂ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੂਲ ਮੰਤਰ ਦਾ ਛੋਟਾ ਸਰੂਪ ਜਾਂ ਪੂਰਾ ਮੂਲ ਮੰਤਰ ਰਾਗ ਤੋਂ ਪਹਿਲਾਂ ਲਿਖਿਆ ਮਿਲਦਾ ਹੈ। ਪਰ ਜਦੋਂ ਛਾਪੇ ਵਾਲੀਆਂ ਬੀੜਾਂ ਬਣੀਆਂ, ਕਿਸ ਢੰਗ ਨਾਲ ਹੋਇਆ, ਕੀ ਹੋਇਆ, ਕਿਸ ਤਰ੍ਹਾਂ ਹੋਇਆ, ਦੇ ਪਿੱਛੇ ਕੀ ਪਰਪਸ ਸੀ, ਇਹ ਗੱਲ ਤੋਂ ਛਾਪਣ ਵਾਲੇ ਦੱਸ ਸਕਦੇ ਹਨ। ਹੁਣ ਕਈ ਜਗ੍ਹਾ ਤੇ ਮੂਲ ਮੰਤਰ ਦਾ ਸਰੂਪ ਪਹਿਲਾਂ ਆਰੰਭ ਵਿੱਚ ਦਿੱਤਾ ਗਿਆ, ਕਈਆਂ ਦਾ ਰਾਗ ਤੋਂ ਬਾਅਦ ਦਿੱਤਾ, ਕਈ ਜਗ੍ਹਾ ਤੇ ਰਾਗ ਤੋਂ ਬਾਅਦ ਦਰਜ ਕਰ ਦਿੱਤਾ ਗਿਆ। ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਗੁਰਬਾਣੀ ਵਿੱਚ ਸ਼ੁੱਧ ਕੀਚੈ ਲਫ਼ਜ਼ ਜਿਹੜੇ ਬਾਅਦ ਦੇ ਵਿੱਚ ਆਉਂਦੇ ਹਨ। ਹਾਲਾਂਕਿ ਸ਼ੁੱਧ ਦਾ ਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਇਹ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਸਖਤ ਹਨ, ਲਿਖਾਰੀ ਨੂੰ ਹਦਾਇਤ ਹੈ, ਬਾਣੀ ਠੀਕ ਹੈ। ਸ਼ੁੱਧ ਕੀਚੇ ਦਾ ਮਤਲਬ ਸ਼ੁੱਧ ਕਰ ਦਿੱਤੀ ਗਈ ਹੈ, ਇਹ ਬਾਣੀ ਠੀਕ ਹੈ। ਉਹਦਾ ਹਾਸ਼ੀਏ ਤੋਂ ਬਾਹਰ ਲਫ਼ਜ਼ ਮਿਲਦੇ ਸਨ। ਪੁਰਾਤਨ ਸਰੂਪ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਖਦੇ ਹਾਂ ਤਾਂ ਉਹ ਲਫ਼ਜ਼ ਲਿਖੇ ਹੋਏ ਹਾਸ਼ੀਏ ਤੋਂ ਬਾਹਰ ਮਿਲਦੇ ਸਨ। ਪਰ ਜਿਵੇਂ ਜਿਵੇਂ ਇਹ ਛਾਪੇ ਦੀਆਂ ਬੀੜਾਂ ਵਿੱਚ ਅੱਗੋਂ ਚੱਲਦੀ ਰਹੀ, ਇਹ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ, ਫਿਰ ਮੈਂ ਬੇਨਤੀ ਕਰਾਂ, ਇਹਦੇ ਬਾਰੇ ਸਿਰਫ ਉਹ ਹੀ ਦੱਸ ਸਕਦੇ ਹਨ। ਪਰ ਕਿਉਂਕਿ ਜੋ ਸਾਡੇ ਕੋਲ ਪ੍ਰਚਲਿਤ ਸਰੂਪ ਮਿਲਦੇ ਹਨ, ਪਦਛੇਦ ਸਰੂਪ ਜਿਹੜੇ ਹਨ, ਉਹਨਾਂ ਵਿੱਚ ਇਸ ਬਾਣੀ ਦਾ ਸਰਲੇਖ ਇਸੇ ਤਰ੍ਹਾਂ ਲਿਖਿਆ ਹੋਇਆ ਜਿਹੜਾ ਤੁਹਾਡੇ ਸਾਹਮਣੇ ਹੈ। ਰਾਮਕਲੀ, ਮਹਿਲਾ ਪਹਿਲਾ, ਦੱਖਣੀ ਓੰਕਾਰ। ਸਭ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਪਾਠ ਕਰਨ ਵਾਲੇ ਇਹਨੂੰ ਦੱਖਣੀ ਓੰਕਾਰ ਕਹਿੰਦੇ ਹਨ।
ਦੱਖਣੀ ਜਿਹੜਾ ਹੈ ਉਹ ਰਾਗ ਦੀ ਕਿਸਮ ਹੈ, ਰਾਗਨੀ ਹੈ। ਬਾਣੀ ਦਾ ਨਾਮ ਕੇਵਲ ਓੰਕਾਰ ਹੈ। ਰਾਮਕਲੀ ਰਾਗ ਦਾ ਨਾਮ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੀ ਲਿਖੀ ਹੋਈ, ਔਰ ਓੰਕਾਰ ਰਾਮਕਲੀ ਦੀ ਰਾਗ ਵਿੱਚ ਲਿਖੀ ਹੋਈ ਇਹ ਬਾਣੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਗਈ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਵਿੱਚ ਮੂਲ ਮੰਤਰ ਦਾ ਪੂਰਾ ਸਰੂਪ ਆ ਜਾਂਦਾ ਹੈ। ਜਿਵੇਂ ਅਸੀਂ ਕੜਾਹੀ ਨੂੰ ਚੁੱਕਦੇ ਹਾਂ ਤੇ ਦੋਨੇ ਕੁੰਡਿਆਂ ਤੋਂ ਫੜ ਲੈਂਦੇ ਹਾਂ, ਸੈਂਟਰ ਵਾਲਾ ਹਿੱਸਾ ਆਪਣੇ ਆਪ ਹੀ ਚੁੱਕਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਓੰਕਾਰ ਸਤ ਗੁਰਪ੍ਰਸਾਦ ਦਾ ਇਸ ਲੈ ਕੇ ਇਸ ਮੂਲ ਮੰਤਰ ਦੇ ਛੋਟੇ ਸਰੂਪ ਨੂੰ ਦਰਜ ਕੀਤਾ ਗਿਆ ਹੈ। ਇਹ ਓੰਕਾਰ ਬਾਣੀ ਦੇ ਬਾਰੇ ਦੇ ਵਿੱਚ ਵੱਖਰੇ ਵੱਖਰੇ ਵਿਦਵਾਨਾਂ ਨੇ ਵੱਖਰੀਆਂ ਵੱਖਰੀਆਂ ਰਾਵਾਂ ਜਿਹੜੀਆਂ ਹਨ ਉਹ ਦਿੱਤੀਆਂ ਹਨ। ਉਹ ਵਿਚਾਰ ਵੀ ਸਾਨੂੰ ਜ਼ਰੂਰ ਸਮਝਣੇ ਚਾਹੀਦੇ ਨੇ, ਤਾਂ ਉਹਨਾਂ ਦੇ ਵਿਚਾਰ ਵੀ ਸਾਨੂੰ ਪਤਾ ਹੋਣੇ ਚਾਹੀਦੇ ਹਨ। ਜਨਮ ਸਾਖੀ ਦੇ ਵਿੱਚ ਇਹਦੇ ਬਾਰੇ ਲਿਖਿਆ ਜਾਂਦਾ ਹੈ, ਜਿਹਦੇ 'ਚੋਂ ਜਨਮ ਸਾਖੀ ਗੁਰੂ ਨਾਨਕ ਦੇਵ ਜੀ ਦੀ ਸੈਂਚੀ ਦੂਜੀ ਦੇ ਵਿੱਚ ਪੂਥੀ ਹਰਜੀ ਜਿਹਦਾ ਸਿਰਲੇਖ ਹੈ, ਉਹਦੇ 'ਚ ਇਹ ਲਿਖਦਾ ਕਿ ਬਾਣੀ ਦੀ ਰਚਨਾ ਤੇ ਪ੍ਰਮਾਣ ਦਾ ਪ੍ਰਸੰਗ ਰਾਜਾ ਸ਼ਿਵਨਾਥ ਪੰਡਤ ਨਾਲ ਹੋਇਆ ਦੱਸਿਆ ਜਾਂਦਾ ਹੈ, ਜਿਹਦੇ ਕੋਲ ਕੁਝ ਬੱਚੇ ਪੜ੍ਹਦੇ ਸਨ। ਪਹਿਲਾਂ ਮੈਂ ਰਾਏ ਦੇ ਰਿਹਾ, ਉਸ ਤੋਂ ਬਾਅਦ ਆਪਾਂ ਇਹਦਾ ਨਿਰਣਾ ਕਰ ਦਿਆਂਗੇ। ਮਹਾਨ ਕੋਸ਼ ਦੇ ਵਿੱਚ ਜੋ ਲਿਖਿਆ ਗੁਰਸ਼ਬਦ ਰਤਨਾਕਰ ਪੰਜਾਬੀ ਦਾ ਜੋ ਮਹਾਨ ਕੋਸ਼ ਹੈ, ਭਾਈ ਕਾਹਨ ਸਿੰਘ ਜੀ ਨਾਭਾ ਦਾ ਲਿਖਿਆ ਹੋਇਆ, ਉਹਨਾਂ ਨੇ ਲਿਖਿਆ ਮੱਧ ਭਾਰਤ, ਉਹਨੂੰ ਮੱਧ ਭਾਰਤ ਪਹਿਲਾਂ ਕਿਹਾ ਜਾਂਦਾ ਸੀ, ਜਿਹਨੂੰ ਮੱਧ ਪ੍ਰਦੇਸ਼ ਅਸੀਂ ਕਹਿੰਦੇ ਹਾਂ, ਦੇ ਨਿਮਾਰ ਜ਼ਿਲ੍ਹੇ ਵਿੱਚ ਮਾਨ ਧਾਤਾ ਦੀਪ ਟਾਪੂ ਅੰਦਰ ਓੰਕਾਰ ਦਾ ਪ੍ਰਸਿੱਧ ਮੰਦਰ ਹੈ। ਉਹ ਥਾਂ ਗੁਰੂ ਨਾਨਕ ਦੇਵ ਜੀ ਨੇ ਪੁਜਾਰੀਆਂ ਨੂੰ ਸਮੱਤ ਦੇਣ ਲਈ ਜੋ ਰਾਮਕਲੀ ਵਿੱਚ ਮਨੋਹਰ ਬਾਣੀ ਰਚੀ ਹੈ, ਉਸ ਦਾ ਓੰਕਾਰ ਤੇ ਰਾਮਕਲੀ ਦੇ ਨਾਲ ਅੱਗੇ ਦੱਖਣੀ ਓੰਕਾਰ ਉਹਨਾਂ ਨੇ ਲਿਖਿਆ ਸੰਗਿਆ ਹੈ। ਇਹ ਰਚਨਾ ਵੀ 52 ਅੱਖਰੀ ਵਾਂਗ ਲਿਖੀ ਗਈ ਹੈ, ਜਿਵੇਂ 52 ਅੱਖਰੀਆਂ ਪੱਟੀਆਂ ਲਿਖੀਆਂ ਜਾਂਦੀਆਂ ਨੇ, ਉਸ ਤਰ੍ਹਾਂ ਹੀ ਰਚਨਾ ਜਿਹੜੀ ਹੈ ਲਿਖੀ ਜਾਂਦੀ ਹੈ। ਤੇ ਇਹ ਸੰਦੇਸ਼ ਸਾਨੂੰ ਦਿੱਤਾ ਭਾਇਆ ਮਹਾਨ ਕੋਸ਼ ਦੇ ਲੇਖਕ ਭਾਈ ਕਾਹਨ ਸਿੰਘ ਜੀ ਨਾਭਾ ਨੇ। ਜਿਹੜੀ ਪੰਜ ਗ੍ਰੰਥੀ ਸਟੀਕ ਭਾਈ ਵੀਰ ਸਿੰਘ ਜੀ ਲਿਖਦੇ ਆ, ਉਹਦੇ ਵਿੱਚ ਤਾਂ ਹੋਰ ਹੀ ਕਮਾਲ ਦੀ ਗੱਲ ਲਿਖ ਦਿੱਤੀ ਗਈ ਕਿ ਪ੍ਰਾਤਨ ਜਨਮ ਸਾਖੀ ਅਨੁਸਾਰ ਇਸ ਬਾਣੀ ਵਿੱਚ ਅੰਕਿਤ ਅੰਮ੍ਰਿਤ ਉਪਦੇਸ਼ ਬਨਾਰਸ ਦੇ ਪਾਂਡੇ ਚਤਰਦਾਸ ਪ੍ਰਤੀ ਲਿਖਿਆ ਗਿਆ, ਜਦਕਿ ਚਤਰਦਾਸ ਪ੍ਰਤੀ ਲਿਖੇ ਹੋਣ ਦੀ ਕੋਈ ਵੀ ਸਬੂਤ ਨਹੀਂ ਮਿਲਦੇ, ਕਿਉਂਕਿ ਸਤਿਗੁਰੂ ਜੀ ਜਦੋਂ ਪਹਿਲੀ ਉਦਾਸੀ ਤੇ ਨਿਕਲੇ ਹਨ ਇੱਥੋਂ ਆਪਣੇ ਤਲਵੰਡੀ ਤੋਂ, ਸੁਲਤਾਨਪੁਰ ਤੋਂ ਤਲਵੰਡੀ ਆਪਣੇ ਪਿੰਡ ਗਏ, ਉਸ ਤੋਂ ਬਾਅਦ ਹਰਿਦੁਆਰ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਅੱਗੇ ਨਿਕਲਦੇ ਹਨ, ਜਿਹੜੇ ਸ਼੍ਰੀਨਗਰ ਦਾ ਇਲਾਕਾ ਜਿਹੜਾ ਅੱਜ ਕੱਲ੍ਹ ਉੱਤਰ ਪ੍ਰਦੇਸ਼ ਦੇ ਨਾਲ ਦੇ ਹਿੱਸੇ ਵਿੱਚ ਉੱਤਰਾਂਚਲ ਉੱਤਰਾਖੰਡ ਦੇ ਵਿੱਚ ਪੈਂਦਾ, ਉੱਥੋਂ ਦੀ ਜਿੱਥੇ ਇਹਨਾਂ ਦੇ ਮੰਦਰ ਹਨ ਕਾਫੀ, ਉਹਨਾਂ ਪਹਾੜੀਆਂ ਨੂੰ ਪਾਰ ਕਰਦੇ ਹੋਏ ਪਾਤਸ਼ਾਹ ਜੀ ਨਾਨਕਮਤੇ ਪਹੁੰਚਦੇ ਹਨ। ਨਾਨਕਮਤੇ ਜੋਗੀਆਂ ਦੇ ਨਾਲ ਗੱਲਬਾਤ ਹੁੰਦੀ ਹੈ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਬਨਾਰਸ ਜਾਂਦੇ ਨੇ, ਉੱਥੇ ਬਨਾਰਸ ਪੰਡਤ ਚਤਰਦਾਸ ਦੇ ਨਾਲ ਸਤਿਗੁਰੂ ਜੀ ਦੇ ਸਵਾਲ ਜਵਾਬ ਹੁੰਦੇ ਨੇ। ਉੱਥੇ ਉਹ ਕਹਿੰਦਾ ਸਤਿਗੁਰ ਤੁਸੀਂ ਕਾਹਦੇ ਸੰਤ ਹੋ, ਕਾਹਦੇ ਪ੍ਰਚਾਰਕ ਹੋ, ਤੁਸੀਂ ਤਿਲਕ ਨਹੀਂ ਲਾਇਆ, ਆਪਣੇ ਸਾਲਗ੍ਰਾਮ ਨਹੀਂ ਪੂਜਾ ਰੱਖਿਆ, ਆਪਣੇ ਕੋਲ ਰੱਖਿਆ, ਤੁਸੀਂ ਤਾਂ ਤੁਲਸੀ ਦੀ ਮਾਲਾ ਨਹੀਂ ਪਾਈ। ਇਹ ਤਾਂ ਉੱਥੇ ਸਤਿਗੁਰੂ ਦਾ ਸ਼ਬਦ ਹੁੰਦਾ, ਸਾਲਗ੍ਰਾਮ ਵਿਪ ਪੂਜ ਮਨਾਵੋ ਸੁਕਰਤ ਤੁਲਸੀ ਮਾਲਾ। ਤਾਂ ਉੱਥੇ ਜਿਹੜਾ ਸ਼ਬਦ ਹੈ ਉਹ ਪੰਡਤ ਚਤਰਦਾਸ ਦੇ ਨਾਲ ਫਿਰ ਗੁਰੂ ਪਾਤਸ਼ਾਹ ਜੀ ਨੇ ਸਾਲਗ੍ਰਾਮ ਦੀ ਵਿਆਖਿਆ, ਤੁਲਸੀ ਮਾਲਾ ਦੀ ਵਿਆਖਿਆ, ਤਿਲਕ ਦੀ ਵਿਆਖਿਆ ਉਹ ਗੁਰੂ ਸਾਹਿਬ ਜੀ ਨੇ ਉੱਥੇ ਕੀਤੀ। ਤਾਂ ਇਹ ਜਿਹੜਾ ਗੱਲ ਕੁਛ ਬਣਦੀ ਨਜ਼ਰ ਨਹੀਂ ਆਉਂਦੀ ਵੀ ਇਹ ਬਾਣੀ ਜਿਹੜੀ ਹੈ ਕੋਈ ਪੰਡਤ ਚਤਰਦਾਸ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਗਈ ਹੋਵੇ। ਤੇ ਜਿਹੜੀ ਗਿਆਨੀ ਗਿਆਨ ਸਿੰਘ ਨੇ ਤਵਾਰੀਖ ਗੁਰੂ ਖਾਲਸਾ ਲਿਖਿਆ, ਇਹਨੂੰ ਪੰਡਤ ਬ੍ਰਿਜਨਾਥ ਦੇ ਨਾਲ ਜੋੜਿਆ। ਹੋ ਸਕਦਾ ਇਹਦਾ ਨਾਮ ਪੰਡਤ ਬ੍ਰਿਜਨਾਥ ਵੀ ਹੋਵੇ, ਪਰ ਇਹਦੇ ਬਾਰੇ ਕੋਈ ਸਬੂਤ ਨਹੀਂ ਮਿਲਦੇ। ਜਿਹੜਾ ਪੰਡਤ ਤਾਰਾ ਸਿੰਘ ਨਰੋਤਮ ਹੈ, ਉਹਨਾਂ ਨੇ ਦੱਖਣ ਦੇਸ਼ ਦੇ ਇੱਕ ਗੋਪਾਲ ਮਿਸ਼ਰ, ਉਹਦਾ ਨਾਮ ਮਿਸ਼ਰ ਦਾ ਨਾਮ ਲਿਖਿਆ ਹੈ, ਜਿਸ ਨੂੰ ਇਹ ਬਾਣੀ ਨੇ ਉਪਦੇਸ਼ ਕੀਤਾ ਗਿਆ। ਤਾਂ ਸੰਪਰਦਾਇ ਵਿਦਵਾਨਾਂ ਨੇ ਇਹ ਉਚਾਰਨ ਕਿ ਬਾਣੀ ਦਾ ਉਚਾਰਨ ਦੱਖਣ ਦੇਸ਼ ਵਿੱਚ ਹੋਣ ਕਰਕੇ ਇਸ ਦਾ ਨਾਮ ਦੱਖਣੀ ਓਂਕਾਰ ਰੱਖ ਦਿੱਤਾ ਗਿਆ, ਜਦ ਕਿ ਇਹ ਬਾਣੀ ਦਾ ਨਾਮ, ਮੈਂ ਫਿਰ ਬੇਨਤੀ ਕਰਦਿਆਂ, ਨਿਰਣਾ ਇਹ ਹੈ ਕਿ ਇਹ ਬਾਣੀ ਦੱਖਣੀ ਰਾਗਣੀ ਦੀ ਕਿਸਮ ਹੈ। ਬਾਣੀ ਦਾ ਨਾਂ ਨਹੀਂ ਹੈ, ਕਿਉਂਕਿ ਗੁਰਬਾਣੀ ਵਿੱਚ
ਪ੍ਰਭਾਤੀ ਦੱਖਣੀ, ਵਡਹੰਸ ਦੱਖਣੀ, ਬਿਲਾਵਲ ਦੱਖਣੀ, ਮਾਰੂ ਦੱਖਣੀ, ਇਸ ਤਰ੍ਹਾਂ ਇਹ ਰਾਮਕਲੀ ਦੱਖਣੀ ਵੀ ਲਿਖਿਆ ਗਿਆ ਹੈ। तो ਬਾਣੀ ਦਾ ਨਾਂ ਕੇਵਲ ਓਂਕਾਰ ਹੈ। ਦੱਖਣੀ ਜਿਹੜੀ ਹੈ ਉਹ ਰਾਗਨੀ ਦੀ ਕਿਸਮ ਹੈ ਜੋ ਇੱਥੇ ਦਰਜ ਕੀਤੀ ਗਈ ਹੈ। ਤੋ ਵਿਦਵਾਨਾਂ ਨੇ ਇਸ ਬਾਣੀ ਦੇ ਪਿਛੋਕੜ ਬਾਰੇ ਵੱਖਰੇ ਵੱਖਰੇ ਵਿਚਾਰ ਦਿੱਤੇ ਨੇ, ਵੱਖਰੇ ਵੱਖਰੇ ਨਾਮ ਲਿਖੇ ਨੇ, ਪਰ ਇਹ ਭਾਵ ਇਹ ਹੈ ਕਿ ਗੁਰੂ ਪਾਤਸ਼ਾਹ ਨੇ ਜਿਹੜਾ ਇਸ ਬਾਣੀ ਰਾਹੀਂ ਉਪਦੇਸ਼ ਕੀਤਾ ਉਹ ਸਮਝਣ ਵਾਲਾ ਹੈ। ਤੋ ਜੇ ਅਸੀਂ ਅੱਗੇ ਨੂੰ ਹੋਰ ਥੋੜਾ ਜਿਹਾ ਖਿਆਲ ਨੂੰ ਚਲਦੇ ਹਾਂ ਵੀ ਇੱਕ ਟਾਪੂ ਜਿਹੜਾ ਹੈ ਨਰਮਦਾ ਬਾਰੇ ਪ੍ਰਸਿੱਧ ਇੱਕ ਕਹਾਣੀ ਕੀ ਹੈ। ਇਹ ਰਿਸ਼ੀ ਮੇਕਲ ਦੀ ਪੁੱਤਰੀ ਸੀ। ਇਸ ਨਦੀ ਵਿੱਚੋਂ ਸ਼ਿਵਲਿੰਗ ਭਾਂਤ ਦੇ ਪੱਥਰ ਨਿਕਲਦੇ ਹਨ। ਨਰਮਦਾ ਦੀ ਗੱਲ ਜਿਹੜੀ ਹੈ ਜੋ ਇਤਿਹਾਸਕ ਗ੍ਰੰਥਾਂ ਵਿੱਚ ਸਰੋਤਾਂ ਵਿੱਚੋਂ ਇਹ ਚੀਜ਼ ਮਿਲਦੀ ਹੈ ਵੀ ਇਹਦੇ ਵਿੱਚ ਸ਼ਿਵਲਿੰਗ ਵਰਗੇ ਜਿਹੜੇ ਹਨ ਉਹ ਪੱਥਰ ਨਿਕਲਦੇ ਹਨ, ਜਿਨ੍ਹਾਂ ਨੂੰ ਨਰਮਦੇਸ਼ਵਰ ਕਹਿੰਦੇ ਹਨ। ਨਰਮਦੇਸ਼ਵਰ ਜਿਹੜਾ ਹਨ ਉਹ ਪੱਥਰਾਂ ਨੂੰ ਕਿਹਾ ਜਾਂਦਾ ਹੈ। ਇੱਕ ਅਜਿਹੀ ਪੱਥਰ ਨੂੰ ਉਹਨਾਂ ਨੇ ਓਂਕਾਰ ਮਿਥ ਲਿਆ ਤੇ ਉਹਦਾ ਮੰਦਰ ਬਣਾ ਦਿੱਤਾ, ਉਸ ਨੂੰ ਮੰਦਰ ਵਿੱਚ ਸਥਾਪਿਤ ਕਰਤਾ ਜੋ ਸ਼ਿਵਲਿੰਗ ਵਰਗਾ ਪੱਥਰ ਹੈ। ਹੁਣ ਇਸ ਪਾਸੇ ਮੰਦਰ ਹੈ ਜੋ ਗੁਫਾ ਵਾਂਗੂ ਇੱਕ ਬਣਿਆ ਹੋਇਆ ਹੈ, ਦੂਜੇ ਪਾਸੇ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਹੈ ਜਿੱਥੇ ਓਂਕਾਰ ਬਾਣੀ ਜਿਹੜੀ ਹੈ ਉਹ ਰਚੀ ਗਈ ਹੈ। ਉੱਥੇ ਓਂਕਾਰ ਬਾਣੀ ਜਿੱਥੇ ਲਿਖੀ ਗਈ ਹੈ। ਤੋ ਸਤਿਗੁਰੂ ਜੀ ਨੇ ਇਸ ਬ੍ਰਾਹਮਣਾਂ ਨੂੰ ਜੋ ਵਿਦਿਆ ਦੇ ਹੰਕਾਰ ਵੀ ਸੜੇ ਹੋਏ ਸਨ, ਦੱਖਣੀ ਰਾਮਕਲੀ ਰਾਗ ਵਿੱਚ ਦੱਖਣੀ ਜੋ ਕਿਸਮ ਹੈ ਓਂਕਾਰ ਦੀ ਮਹਿਮਾ ਉਹਨਾਂ ਨੂੰ ਸੁਣਾਈ। ਤੇ ਉੱਥੇ ਸਤਿਗੁਰੂ ਜੀ ਨੇ ਫਿਰ ਜੋ ਰਹਾਉ ਦੀ ਪੰਕਤੀ ਲਿਖੀ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਵੀ ਪਾਂਡੇ ਕੀ ਫਾਇਦਾ ਐਵੇਂ ਇਹਨਾਂ ਬੱਚਿਆਂ ਨੂੰ ਲਿਖਾਉਣ ਦਾ। ਇਹ ਜਿਹੜੀ ਸਾਰੀ ਗੱਲਬਾਤ ਹੈ ਇਹ ਸਾਨੂੰ ਦੇਖਣ ਨੂੰ ਮਿਲਦੀ ਹੈ। ਤੋ ਸਤਿਗੁਰੂ ਜੀ ਇਸ ਬਾਣੀ ਦੇ ਵਿੱਚ ਜਿਹੜੀ ਗੱਲ ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਹੁਣ ਓਂਕਾਰ ਲਫ਼ਜ਼, ਹੁਣ ਇਸੇ ਬਾਣੀ ਦਾ ਨਾਮ ਓਂਕਾਰ ਕਿਉਂ ਰੱਖਿਆ ਗਿਆ? ਕਿਉਂਕਿ ਭਾਰਤੀ ਸੰਸਕ੍ਰਿਤੀ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅਧਿਆਤਮਕਵਾਦ ਦੇ ਵਿੱਚ ਇਹ ਸ਼ਬਦਾਵਲੀ ਵਿੱਚ ਇੱਕ ਸਭ ਤੋਂ ਬੋਧਕ ਜਿਹੜਾ ਲਫ਼ਜ਼ ਪ੍ਰਚਲਿਤ ਸੀ ਉਹ ਓਂਕਾਰ ਲਫ਼ਜ਼ ਸੀ। ਭਾਰਤੀ ਅਧਿਆਤਮਕ ਸ਼ਬਦਾਵਲੀ ਦੇ ਵਿੱਚ ਇਸ ਜੋ ਸਭ ਤੋਂ ਪ੍ਰਚਲਿਤ ਲਫ਼ਜ਼ ਸੀ ਧਰਮ ਦੀ ਦੁਨੀਆ ਵਿੱਚ, ਉਹਦਾ ਨਾਮ ਓਂਕਾਰ ਹੈ। ਵੈਦਿਕ ਰਚਨਾ ਵਿੱਚ ਓਮ ਸ਼ਬਦ ਆਮ ਹੀ ਵਰਤਿਆ ਮਿਲਦਾ ਹੈ। ਜਿਹੜੀਆਂ ਵੈਦਿਕ ਰਚਨਾ ਹਨ ਉਹਨਾਂ ਵਿੱਚ ਓਮ ਸ਼ਬਦ ਆਪ ਮਿਲਦਾ ਹੈ, ਪਰ ਓਂਕਾਰ ਸ਼ਬਦ ਪਹਿਲਾ ਪਹਿਲ ਜਿਹੜਾ ਉਪਨਿਸ਼ਦਾਂ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਹੈ। ਓਂਕਾਰ ਲਫ਼ਜ਼ ਜਿਹੜਾ ਮਿਲਦਾ ਹੈ ਮਾਂਡੂਕ ਉਪਨਿਸ਼ਦ ਵਿੱਚ ਇਸ ਦਾ ਸਰੂਪ ਜਿਹੜਾ ਹੈ ਉਹ ਚਿਤਰਿਆ ਇਸ ਤਰ੍ਹਾਂ ਦੱਸਿਆ ਗਿਆ ਕਿ ਇਹ ਭੂਤ, ਭਵਿੱਖ ਤੇ ਵਰਤਮਾਨ ਵਿੱਚ ਹੈ ਤੇ ਤ੍ਰੈ ਕਾਲਤੀਤ ਅਵਸਥਾ ਵਿੱਚ ਵੀ ਓਂਕਾਰ ਰਹਿੰਦਾ ਹੈ। ਸੰਸਕ੍ਰਿਤ ਦੇ ਵਿੱਚ ਦੇ ਕੋਸ਼ ਅਨੁਸਾਰ ਜਿਹੜਾ ਉਹਨਾਂ ਦਾ ਇੱਕ ਸੰਸਕ੍ਰਿਤ ਦਾ ਕੋਸ਼ ਹੈ ਵਿਉਤਪਤੀਕਾਰਾ ਇਕਾਖਰੀ ਕੋਸ਼, ਉਹਦੇ ਵਿੱਚ ਓਮ ਦੇ ਆਕਾਰ, ਉਕਾਰ ਤੇ ਮਕਾਰ ਦੇ ਭਾਗ ਇਹਨਾਂ ਨੂੰ ਤਿੰਨਾਂ ਹਿੱਸਿਆਂ 'ਚ ਵੰਡ ਦਿੱਤਾ ਗਿਆ। ਭਾਵ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਕਲਪ ਕੇ ਪ੍ਰਚਲਿਤ ਕਰ ਦਿੱਤਾ ਗਿਆ ਕਿ ਉਹਨਾਂ ਨੂੰ ਸਰਵ ਸ਼ਕਤੀਆਂ ਦਾ ਸੋਮਾ ਸਿੱਧ ਕਰ ਦਿੱਤਾ ਗਿਆ। ਓਂਕਾਰ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਸੰਸਕ੍ਰਿਤ ਦੇ ਵਿੱਚ ਉਹਨਾਂ ਨੇ ਇੱਕ ਨੂੰ ਸੰਸਾਰ ਨੂੰ ਬਣਾਉਣ ਵਾਲੇ ਦੀ ਗੱਲ ਕਰ ਦਿੱਤੀ, ਦੂਜੇ ਨੂੰ ਰਿਜ਼ਕ ਦਾ ਦਾਤਾ ਮੰਨ ਲਿਆ ਗਿਆ ਤੇ ਤੀਜੇ ਨੂੰ ਸੰਘਾਰ ਕਰਨ ਵਾਲਾ, ਸੰਸਾਰ ਨੂੰ ਖਤਮ ਕਰਨ ਵਾਲਾ ਸ਼ਕਤੀ ਜਿਹੜੀ ਸੀ ਉਹ ਗਿਣ ਦਿੱਤੀ ਗਈ। ਭਾਵੇਂ ਵਿਆਕਰਣ ਦੀ ਦ੍ਰਿਸ਼ਟੀ ਤੋਂ ਇਹ ਅਰਥ ਠੀਕ ਨਾ ਵੀ ਨਿਕਲਦੇ ਹੋਣ, ਪਰ ਉਹਨਾਂ ਨੇ ਇਹ ਅਰਥ ਸਿੱਧ ਕਰਨ ਲਈ ਇਹ ਓਂਕਾਰ ਨੂੰ ਜਿਹੜਾ ਲਫ਼ਜ਼ ਸੀ ਉਹਨੂੰ ਓਮ ਲਫ਼ਜ਼ ਨੂੰ ਪ੍ਰਚਲਿਤ ਕਰ ਦਿੱਤਾ, ਪ੍ਰਸਿੱਧ ਕਰ ਦਿੱਤਾ ਵੀ ਇਹ ਤਿੰਨੇ ਹੀ ਇਹ ਜਿਹੜੇ ਹਨ ਓਂਕਾਰ ਹਨ, ਤਿੰਨੇ ਹੀ ਓਂਕਾਰ ਦੀ ਹਸਤੀ ਹਨ। ਗੁਰੂ ਨਾਨਕ ਪਾਤਸ਼ਾਹ ਨੇ ਭਾਰਤੀ ਪਰੰਪਰਾ ਵਿੱਚ ਪ੍ਰਸਿੱਧੀ ਪ੍ਰਾਪਤ ਇਹ ਜਿਹੜਾ ਸ਼ਬਦ ਸੀ, ਜਿਹੜਾ ਅਸੀਂ ਓਮ ਤੇ ਜਾਂ ਓਂਕਾਰ ਲਫ਼ਜ਼ ਕਹਿੰਦੇ ਆ, ਇਹ ਜਿਹੜਾ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਸੀ, ਜਿਹੜਾ ਆਮ ਵਰਤਿਆ ਜਾਂਦਾ ਸੀ, ਇਸ ਨੂੰ ਮੁੱਢ ਵਿੱਚ ਰੱਖ ਕੇ ਸਤਿਗੁਰੂ ਜੀ ਨੇ ਆਪਣੀ ਬਾਣੀ ਦੇ ਵਿੱਚ ਅੰਗੀਕਾਰ ਕਰ ਦਿੱਤਾ ਜਾਂ ਦਰਜ ਕਰ ਦਿੱਤਾ। ਉਹਦੇ ਨਾਲ ਹੀ ਕੁਝ ਖਾਸ ਵਿਸ਼ੇਸ਼ਣ ਲਾ ਦਿੱਤੇ ਵੀ ਜਿਹੜਾ ਸਰੂਪ ਤੁਸੀਂ ਓਂਕਾਰ ਦਾ ਦੱਸਦੇ ਹੋ ਉਹ ਸਰੂਪ ਓਂਕਾਰ ਦਾ ਨਹੀਂ ਹੈ। ਜਿਹੜਾ ਸਰੂਪ ਤੁਸੀਂ ਕਹਿੰਦੇ ਹੋ ਵੀ ਉਹ ਤਿੰਨਾਂ ਸ਼ਕਤੀਆਂ ਦਾ ਓਂਕਾਰ ਹੈ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹਦੇ ਨਾਲ ਇੱਕ ਲਾਇਆ, 7 ਨਾਮ ਲਾਇਆ
ਕਰਤਾ ਪੁਰਖ ਲਾਇਆ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਤੇ ਗੁਰ ਪ੍ਰਸਾਦ, ਇਹ ਲਫ਼ਜ਼ ਜਿਹੜੇ ਸੀ ਇਹ ਜਿਹੜੇ ਨਾਲ ਜੋੜ ਦਿੱਤੇ ਤੇ ਇਹਦੀ ਵਿਆਖਿਆ ਕਰ ਦਿੱਤੀ ਵੀ ਓਂਕਾਰ ਕੇਵਲ ਇੱਕੋ ਹੀ ਹੈ, ਵਨ ਐਂਡ ਓਨਲੀ ਵਨ। ਦੋ ਵੀ ਨਹੀਂ ਹੋ ਸਕਦੇ। ਤੁਸੀਂ ਤਾਂ ਤਿੰਨ ਕਹਿੰਦੇ ਹੋ, ਗੁਰੂ ਪਾਤਸ਼ਾਹ ਜੀ ਨੇ ਸਿੱਧੀ ਗੱਲ ਕੀਤੀ ਵੀ ਦੋ ਵੀ ਨਹੀਂ ਹੋ ਸਕਦੇ। ਗੁਰਬਾਣੀ ਵਿੱਚ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਗਈ ਹੈ, ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ, ਕਿ ਉਹ ਦੋ ਹੋ ਨਹੀਂ ਸਕਦੇ, ਉਹ ਇੱਕੋ ਹੀ ਹੈ, ਉਹ ਦੂਜੀ ਹਸਤੀ ਨਹੀਂ। ਉੱਤੇ ਤਿੰਨਾਂ ਦੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਬਣਾਉਣ ਵਾਲਾ ਵੀ ਉਹੀ ਹੈ, ਰਿਜ਼ਕ ਦਾਤਾ ਵੀ ਉਹੀ ਹੈ, ਸੰਸਾਰ ਦਾ ਸੰਘਾਰ ਕਰਨ ਵਾਲਾ ਵੀ ਉਹੀ ਹੈ। ਇਸ ਓਂਕਾਰ ਬਾਣੀ ਰਾਹੀਂ ਜਿੱਥੇ ਪੰਡਤ ਨੂੰ ਉਪਦੇਸ਼ ਕੀਤਾ ਗਿਆ, ਉੱਥੇ ਗੁਰੂ ਸਾਹਿਬ ਜੀ ਨੇ ਸੰਸਾਰ ਨੂੰ ਇਹ ਵੀ ਗੱਲ ਸਮਝਾ ਦਿੱਤੀ ਵੀ ਓਂਕਾਰ ਕੇਵਲ ਇੱਕ ਹੈ। ਇਸੇ ਕਰਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਰਾਗ ਦੇ ਜਾਂ ਹਰ ਸਿਰਲੇਖ ਤੋਂ ਪਹਿਲਾਂ ਦਰਜ ਕੀਤਾ ਜਾਂਦਾ, ਤਾਂ ਕਿ ਜਿਸ ਓਂਕਾਰ ਦੀ ਗੱਲ ਕਰਨੀ ਹੈ ਉਸ ਓਂਕਾਰ ਦੇ ਪੂਰੇ ਸਰੂਪ ਬਾਰੇ ਜਾਣਕਾਰੀ ਜਿਹੜੀ ਹੈ ਉਹ ਸਾਨੂੰ ਮਿਲ ਜਾਵੇ। ਤਾਂ ਸਤਿਗੁਰੂ ਜੀ ਨੇ ਉਸ ਪਰਮਾਤਮਾ ਦੇ ਸਰੂਪ ਨੂੰ ਇਸ ਤਰ੍ਹਾਂ ਦਾ ਦੱਸਿਆ ਵੀ ਜਿਹੜਾ ਜੂਨਾਂ ਦੇ ਘੇਰੇ ਵਿੱਚ ਨਹੀਂ ਆਉਂਦਾ, ਜਿਹਦੇ ਵਰਗਾ ਹੈ ਨਹੀਂ, ਜਿਹੜਾ ਸੰਸਾਰ ਦਾ ਕਰਤਾ ਹੈ, ਜਿਹੜਾ ਨਿਰਭਉ ਹੈ, ਨਿਰਵੈਰ ਹੈ, ਜਿਹੜਾ ਇੱਕ ਰਸ ਵਿਆਪਕ ਹੈ, ਤੇ ਗੁਰੂ ਦੀ ਤਾਕਤ, ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਮਿਲਦਾ ਹੈ। ਤੇ ਉਹ ਜੂਨਾਂ ਦੇ ਘੇਰੇ ਤੋਂ ਉੱਪਰ ਹੈ ਉਹ ਓਂਕਾਰ। ਜਿਹੜਾ ਜਨਮ ਲੈ ਲੈਂਦਾ ਓਂਕਾਰ ਨਹੀਂ ਹੋ ਸਕਦਾ। ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵਿਸ਼ੇਸ਼ਣ ਕਿਉਂ ਜੋੜੇ? ਕਿਉਂਕਿ ਗੁਰੂ ਸਾਹਿਬ ਦੇ ਜ਼ਮਾਨੇ ਦੇ ਵਿੱਚ ਪਰਮ ਸੱਤਾ ਦੀ ਹਸਤੀ ਬਾਰੇ ਸਪਸ਼ਟਤਾ ਦੇ ਬਹੁਤ ਭੁਲੇਖੇ ਸਨ। ਸਪਸ਼ਟਤਾ ਘੱਟ ਸੀ ਤੇ ਭੁਲੇਖੇ ਜ਼ਿਆਦਾ ਪਾਏ ਹੋਏ ਸਨ। ਇਸ ਕਰਕੇ ਸਤਿਗੁਰਾਂ ਜੀ ਨੇ, ਗੁਰੂ ਜੀ ਨੇ ਜਪ ਦੇ ਜਾਂ ਜਪਜੀ ਦੇ ਮੁੱਢਲੇ ਮੂਲ ਮੰਤਰ ਵਿੱਚ ਵੀ ਓਂਕਾਰ ਦਾ ਸਰੂਪ ਜਿਹੜਾ ਸੀ ਉਹ ਵਰਣਨ ਕੀਤਾ। ਅਸੀਂ ਜਪਜੀ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿੱਚ ਹੈ, ਉਹਦੇ ਵਿੱਚ ਵੀ ਇਹਦਾ ਸਰੂਪ ਜਿਹੜਾ ਸੀ ਉਹ ਦਰਜ ਕਰ ਦਿੱਤਾ, ਤਦ ਕਿ ਸੰਸਾਰ ਭੁਲੇਖਿਆਂ ਵਿੱਚੋਂ ਬਾਹਰ ਨਿਕਲ ਜਾਵੇ। ਤੇ ਉਹ ਇਹ ਵੀ ਗੱਲ ਦੱਸ ਦਿੱਤੀ ਵੀ ਇਹ ਪਰਮ ਸੱਤਾ ਜਿਹੜਾ ਓਂਕਾਰ ਹੈ, ਪਰਮ ਸੱਤਾ ਦਾ ਮਾਲਕ ਹੈ, ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ, ਸਦਾ ਅਮਰ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਇਹਦੀ ਪਾਤਸ਼ਾਹੀ ਵੀ ਸੱਚੀ ਹੈ। ਲੋਕ ਬ੍ਰਹਮਾ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਦੇ ਹਨ, ਪਰ ਸਤਿਗੁਰ ਕਹਿੰਦੇ ਨਹੀਂ, ਇੱਕ ਓਂਕਾਰ ਬ੍ਰਹਮਾ ਵੇਦ ਆਦਿ ਸਭ ਦਾ ਕਰਤਾ ਉਹ ਆਪ ਹੈ, ਨਾ ਕਿ ਉਹ ਵੱਖਰਾ ਕੋਈ ਬਣਾਉਣ ਵਾਲੀ ਹਸਤੀ ਹੈ। ਹੁਣ ਓਂਕਾਰ ਬਾਣੀ ਦੀ ਗੱਲ ਚ ਆਪਾਂ ਜਦੋਂ ਕਰਦੇ ਹਾਂ, ਵੀ ਭਾਰਤੀ ਸਾਹਿਤ ਦੇ ਵਿੱਚ ਵਰਨਮਾਲਾ ਆਸਰੇ ਕਾਵ ਰਚਨਾ ਕਰਨ ਦਾ ਇੱਕ ਰਿਵਾਜ ਸੀ। ਊੜੇ ਆੜੇ ਅੱਖਰਾਂ ਦੀ ਇਸ ਤਰ੍ਹਾਂ ਕਾਵ ਰਚਨਾ ਪੁਰਾਣੇ ਜ਼ਮਾਨੇ ਤੋਂ ਹੀ ਤੁਰਿਆ ਜਾਂਦਾ, ਇੱਕ ਰਿਵਾਜ ਚੱਲਿਆ ਹੁੰਦਾ ਸੀ। ਓਂਕਾਰ ਵੀ ਉਸੇ ਕਿਸਮ ਦੀ ਇੱਕ ਬਾਣੀ ਹੈ ਜੋ 54 ਪੌੜੀਆਂ ਜਾਂ 54 ਛੰਦਾਂ ਦੀ ਬਾਣੀ ਹੈ, ਜਿਹਦੀਆਂ 54 ਪੌੜੀਆਂ ਹਨ ਤੇ ਜਾਂ 54 ਛੰਦ ਕਹਿ ਲਈਏ, ਵੀ ਇਸ ਤਰ੍ਹਾਂ ਦੀ ਇਹ ਬਾਣੀ ਹੈ। ਇੱਕ ਰਹਾਉ ਦੀ ਇਹਦੇ ਚ ਪੰਕਤੀ ਹੈ। ਸੋ ਇਹ ਬਾਣੀ ਜੋ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਦੱਖਣੀ ਦੇ ਵਿੱਚ ਉਚਾਰੀ, ਤੇ ਇਸ ਦਾ ਪ੍ਰਧਾਨ ਵਿਸ਼ਾ ਜਿਹੜਾ ਹੈ ਉਹ ਇਹੋ ਹੀ ਹੈ ਕਿ ਲਿਖੀ ਪੜ੍ਹੀ ਲਿਖੀ ਜਮਾਤ ਨੂੰ, ਪ੍ਰਚਾਰਕ ਨੂੰ, ਉਪਦੇਸ਼ਕ ਨੂੰ, ਪਾਂਡੇ ਨੂੰ, ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਮੰਨਦੇ ਹਨ, ਉਹਨਾਂ ਨੂੰ ਜੀਵਨ ਦੀ ਸਹੀ ਦੇ ਦੱਸਣਾ। ਜੇ ਉਹ ਜੀਵਨ ਦੀ ਸਹੀ ਸੇਧ ਨਹੀਂ ਪਤਾ ਹੋਵੇਗੀ ਤਾਂ ਉਹ ਆਪਣੇ ਚਾਟੜਿਆਂ ਨੂੰ ਵੀ ਉਸੇ ਮਾਰਗ ਤੇ ਤੋਰਨਗੇ ਜਿਸੇ ਮਾਰਗ ਦੇ ਉੱਤੇ ਉਹ ਪਹਿਲਾਂ ਤੁਰਦੇ ਆਪ ਤੁਰੇ ਹੋਏ ਹਨ। ਇਹ ਜਿਹੜੀ ਰਹਾਉ ਦੀ ਪੰਕਤੀ ਹੈ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਇਹ ਅਸਲੀ ਕੇਂਦਰੀ ਭਾਵ ਹੈ ਜਿਹੜਾ ਰਹਾਉ ਦਾ ਪੰਕਤੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਸ ਬਾਣੀ ਦਾ ਜਿਹੜਾ ਸੀ ਉਹ ਦੱਸਿਆ, ਇਸ ਬਾਣੀ ਬਾਰੇ ਜਿਹੜੀ ਵਿਚਾਰ ਸੀ ਉਹ ਦਿੱਤੀ। ਤੋ ਸਭ ਤੋਂ ਪਹਿਲਾਂ ਓਂਕਾਰ ਲਫ਼ਜ਼ ਦਾ ਹੈ। ਓਂਕਾਰ ਜਿਹੜਾ ਵਿੱਚ ਓਂਕਾਰ ਲਫ਼ਜ਼, ਇਹਦਾ ਉਚਾਰਨ ਜਿਹੜਾ ਹੈ ਓਂਕਾਰ, ਓਂਕਾਰ ਤਿੰਨ ਉਚਾਰਨ, ਇੱਕ ਪਹਿਲਾਂ ਇੱਕ ਹੈ, ਅਸੀਂ ਇੱਕ ਓਂਕਾਰ ਲਫ਼ਜ਼ ਕਰਕੇ ਉਚਾਰ ਕੇ ਏਕਮਕਾਰ ਜਾਂ ਇਸ ਤਰ੍ਹਾਂ ਦੇ ਉਚਾਰਨ ਜਿਹੜੇ ਹਨ ਉਹ ਬਣਦੇ ਨਹੀਂ। ਤੇ ਊੜਾ ਉਹਦਾ ਮੂੰਹ ਖੁੱਲ੍ਹਾ, ਐੜੇ ਦੇ ਉੱਤੇ ਟਿੱਪੀ ਹੈ, ਓਂਕਾਰ ਇਹਦਾ ਉਚਾਰਨ ਇਸੇ ਤਰ੍ਹਾਂ ਹੀ ਖੁੱਲੇ ਮੂੰਹ ਦੇ ਨਾਲ, ਜੇ ਅਸੀਂ ਇਹਨੂੰ ਵੱਖਰਾ ਵੱਖਰਾ ਕਰਕੇ ਊੜਾ ਤੇ ਐੜੇ ਦੇ ਉੱਤੇ ਟਿੱਪੀ ਦਾ ਜਦੋਂ ਉਚਾਰਨ ਕਰਾਂਗੇ ਤਾਂ ਉਹਦਾ ਉਚਾਰਨ ਬਣੇਗਾ ਓਂਗ ਓਂਗ ਓਂਗ, ਜੋ ਲਫ਼ਜ਼ ਵਰਤਿਆ ਜਾਂਦਾ ਸੀ। ਤੋ ਪਾਂਡੇ ਜਿਹੜੇ ਸਨ ਉਸ ਵੇਲੇ ਕੀ ਕਰਦੇ ਸੀ, ਥੋੜੀ ਜਿਹੀ ਵਿਚਾਰ ਆਪਾਂ ਨੂੰ ਹੋਰ ਸਮਝਣ ਵਾਲੀ ਹੈ। ਵੀ ਉਹ ਓਨਮ ਅੱਖਰ
ਦੇ ਜਿਹੜੀ ਵਿਚਾਰ ਗੁਰੂ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਦੇ ਵਿੱਚ ਇੱਕ ਲਫ਼ਜ਼ ਲਿਖਿਆ, ਓਨਮ ਅੱਖਰ ਸੁਣੋ ਵਿਚਾਰ, ਓਨਮ ਅੱਖਰ ਤ੍ਰੈ ਭਵਨ ਸਾਰ। ਇਹ ਕੀ ਲਫ਼ਜ਼ ਹੈ ਓਨਮ ਅੱਖਰ? ਓਨਮ ਅੱਖਰ ਦਾ ਵਿਚਾਰ ਜਿਹੜਾ ਕੀ ਹੈ, ਇਹਦੇ ਅੱਖਰ ਦੇ ਸਾਨੂੰ ਸਮਝਣ ਦੀ ਥੋੜੀ ਜਿਹੀ ਲੋੜ ਪਏਗੀ। ਤਾਂ ਗੁਰੂ ਪਾਤਸ਼ਾਹ ਜੀ ਨੇ ਦੱਸਿਆ ਵੀ ਓਨਮ ਲਫ਼ਜ਼ ਜਿਹੜਾ ਹੈ, ਪਾਠਸ਼ਾਲਾ ਦੇ ਵਿੱਚ ਪਾਂਦੇ ਲੋਕ ਜਿਹੜੇ ਸਨ, ਇਹ ਬੱਚਿਆਂ ਨੂੰ ਪੜ੍ਹਾਉਣ ਵੇਲੇ ਉਹਨਾਂ ਦੀ ਪੱਟੀ ਤੇ ਓੰਗ ਨਮੈ, ਓੰਗ ਨਮੈ, ਊੜਾ ਦਾ ਮੂੰਹ ਖੁੱਲਾ ਤੇ ਐੜੇ ਦੇ ਉੱਤੇ ਟਿੱਪੀ, ਅੱਗੇ ਨਮੈ ਜਿਹਨੂੰ ਅਸੀਂ ਨਮਸਕਾਰ ਕਹਿੰਦੇ ਆ, ਇਹ ਲਿਖ ਦਿੰਦੇ ਸਨ, ਜਿਸ ਦਾ ਅਰਥ ਹੁੰਦਾ ਸੀ ਓੰਗ ਨੂੰ ਨਮਸਕਾਰ। ਮਤਲਬ ਸਭ ਤੋਂ ਪਹਿਲਾਂ ਉੱਤੇ ਇਹ ਲਿਖਦੇ ਸਨ, ਜਿਵੇਂ ਅਸੀਂ ਇੱਕ ਓਂਕਾਰ ਕਈ ਵਾਰੀ ਲਿਖ ਦਿੰਦੇ ਹਾਂ ਕੋਈ ਕੰਮ ਸ਼ੁਰੂ ਕਰਨਾ ਹੋਵੇ, ਜਾਂ ਅਸੀਂ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੰਦੇ ਹਾਂ। ਇਸ ਤਰ੍ਹਾਂ ਸੁਭਾਅ ਹੁੰਦਾ ਆਪੋ ਆਪਣੇ, ਇਹ ਜਿਹੜੇ ਮਜ਼ਹਬ ਨੇ ਉਹਨਾਂ ਦੇ ਵਿੱਚ ਆਪੋ ਆਪਣੇ ਲਫ਼ਜ਼ ਉਹ ਲਿਖੇ ਜਾਂਦੇ। ਇਹ ਪਾਂਡੇ ਜਿਹੜੇ ਸੀ ਓੰਗ ਨਵੇਂ ਲਿਖਦੇ ਸੀ। ਓਨਮ ਅੱਖਰ ਜਿਹੜਾ ਬਣ ਗਿਆ ਓੰਗ ਨਵੇਂ, ਇਹਦਾ ਅਰਥ ਹੈ ਓੰਗ ਨਵੇਂ, ਓੰਗ ਨੂੰ ਨਵੇਂ, ਓਮ ਨੂੰ ਨਮਸਕਾਰ। ਉਹ ਕਿਹੜੇ ਓੰਗ ਨੂੰ? ਜਿਹੜੇ ਓਂਕਾਰ ਦਾ ਸਰੂਪ ਗੁਰੂ ਪਾਤਸ਼ਾਹ ਜੀ ਨੇ ਪਹਿਲੀ ਪੌੜੀ ਦੇ ਵਿੱਚ ਹੀ ਪੂਰਾ ਬਿਆਨ ਕਰ ਦਿੱਤਾ ਵੀ ਉਹਦਾ ਸਰੂਪ ਜਿਹੜਾ ਹੈ ਉਹਨੂੰ ਨਮਸਕਾਰ ਹੈ। ਉਹੀ ਪਰਮਾਤਮਾ ਹੈ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਰਚਨਹਾਰ ਹੈ। ਤੋ ਪਰਮਾਤਮਾ ਨੂੰ ਨਮਸਕਾਰ ਗਿਆ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਪਹਿਲੀ ਉਦਾਸੀ ਵਿੱਚ ਸਿੰਗਲਾ ਦੀਪ ਤੋਂ ਹੁੰਦੇ ਹੋਏ, ਸੋਮਨਾਥ ਦਵਾਰਕਾ ਤੋਂ ਹੁੰਦੇ ਹੋਏ, ਨਰਮਦਾ ਦੇ ਕੰਢੇ ਦੇ ਉੱਤੇ ਉੱਥੋਂ ਆਪਣੇ ਜਿੱਥੇ ਓਂਕਾਰ ਦਾ ਮੰਦਿਰ ਹੈ, ਉਹਨਾਂ ਵੇਖਿਆ ਕਿ ਲੋਕ ਮੰਦਿਰ ਦੇ ਵਿੱਚ ਸ਼ਿਵ ਮੂਰਤੀ ਨੂੰ ਓਂਕਾਰ ਮਿੱਥ ਕੇ ਪੂਜਾ ਕਰ ਰਹੇ ਹਨ। ਮੰਦਿਰ ਦੀ ਪਾਠਸ਼ਾਲਾ ਤੇ ਚਾਟੜੇ ਪੱਟੀਆਂ ਉੱਤੇ ਓੰਗ ਨਵੇਂ ਲਿਖਦੇ ਲਿਖਾਉਂਦੇ ਹਨ। ਜਿਹੜੇ ਪਾਠਸ਼ਾਲਾ ਵਿੱਚ ਆਪਣੇ ਚਾਟੜਿਆਂ ਨੂੰ ਪੰਡਿਤ ਜਿਹੜੇ ਨੇ, ਉਹ ਪਾਂਡਾ ਜਿਹੜਾ ਹੈ ਓੰਗ ਨਵੇਂ ਲਫ਼ਜ਼ ਜਿਹੜਾ ਉਹ ਲਿਖਾਉਂਦਾ, ਪਰ ਉਹ ਵੀ ਉਸ ਸ਼ਿਵ ਮੂਰਤੀ ਨੂੰ ਹੀ ਓਮ ਸਮਝ ਰਿਹਾ ਹੈ। ਉਹ ਸ਼ਿਵ ਦਾ ਜਿਹੜਾ ਅੰਦਰ ਮੂਰਤੀ ਲਾਈ ਹੋਈ ਮੰਦਿਰ ਦੇ ਵਿੱਚ, ਉਹਨੂੰ ਹੀ ਓਮ ਸਮਝ ਕੇ ਸਭ ਤੋਂ ਪਹਿਲਾਂ ਇਹਦਾ ਹੀ ਆਸਰਾ, ਸਾਨੂੰ ਇਹਦਾ ਹੀ ਆਸਰਾ ਲੈਂਦਾ ਸੀ, ਕਿਉਂਕਿ ਮੌਤ ਤੋਂ ਹਰ ਬੰਦਾ ਡਰਦਾ ਹੈ। ਇਸ ਕਰਕੇ ਇਹਨੂੰ ਸ਼ਿਵ ਨੂੰ ਮਾਰਨ ਵਾਲਾ ਕਹਿੰਦੇ ਸੀ, ਕਾਲ ਕਰਤਾ ਕਹਿੰਦੇ ਸਨ। ਇਸ ਕਰਕੇ ਉਹਦੇ ਮੰਦਿਰ ਬਣਾ ਕੇ ਉਹਦੀ ਪੂਜਾ ਵੀ ਕੀਤੀ ਜਾਂਦੀ ਹੈ, ਤੇ ਉਹਦੇ ਗਲ 'ਚ ਪਾਏ ਹੋਏ ਸੱਪ ਵੀ ਇਸ ਗੱਲ ਦਾ ਪ੍ਰਤੀਕ ਹੈ ਵੀ ਮੌਤ ਕਿਸੇ ਵੇਲੇ ਵੀ ਆ ਜਾਣੀ। ਤਾਂ ਕਹਿੰਦੇ ਇਹ ਵੱਖਰਾ ਵਿਸ਼ਾ। ਤੇ ਉਹ ਲਫ਼ਜ਼ ਜਿਹੜਾ ਅਸੀਂ ਲਿਖਦੇ ਸੀ, ਪਰ ਉਹ ਵੀ ਸ਼ਿਵ ਦੀ ਮੂਰਤੀ ਨੂੰ ਓੰਗ ਲਫ਼ਜ਼ ਜਿਹੜਾ ਓੰਗ ਜਿਹੜਾ ਉਹ ਮੰਨਦੇ ਸੀ। ਇਸ ਪੌੜੀ ਦੇ ਪਹਿਲੀ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਦੋਨੇ ਭੁਲੇਖੇ ਜਿਹੜੇ ਸੀ ਉਸ ਦੂਰ ਕਰ ਦਿੱਤੇ। ਦੋਨੇ ਭੁਲੇਖੇ ਜਿਹੜੇ ਸੀ ਉਹ ਦੂਰ ਕਰ ਦਿੱਤੇ। ਕਿਹੜੇ ਸਨ? ਓੰਗ ਨਵੇਂ, ਓੰਗ ਨੂੰ ਨਮਸਕਾਰ। ਇੱਥੇ ਹੁਣ ਓੰਗ ਨੂੰ ਓਨਮ ਅੱਖਰ ਉਸ ਹਸਤੀ ਦੇ ਲਫ਼ਜ਼ ਵਾਸਤੇ ਓਨਮ ਵਰਤਿਆ ਗਿਆ। ਓਨਮ ਅੱਖਰ ਵਿਚਾਰ ਉਸ ਹਸਤੀ ਦੀ ਵਿਚਾਰ ਜਿਸ ਦੇ ਵਾਸਤੇ ਲਫ਼ਜ਼ ਓਨਮ ਵਰਤ ਰਹੇ ਹੋ। ਤਾਂ ਇੱਥੇ ਗੁਰੂ ਪਾਤਸ਼ਾਹ ਜੀ ਨੇ ਓਨਮ ਲਫ਼ਜ਼ ਜਿਹੜਾ ਓੰਗ ਨਵੇਂ ਦੀ ਵਿਚਾਰ ਉਸ ਪਰਮਾਤਮਾ ਦੇ ਸਾਰੇ ਗੁਣ ਜਿਹੜੇ ਹਨ ਸਾਡੇ ਸਾਹਮਣੇ ਬਿਆਨ ਕਰ ਦਿੱਤੇ, ਵੀ ਉਹ ਤ੍ਰਿਭਵਨਸਾਰ ਜਿਹੜਾ ਤਿੰਨਾਂ ਭਵਨਾਂ ਦਾ ਤੱਤ ਹੈ, ਤਿੰਨਾਂ ਭਵਨਾਂ ਦਾ ਮੂਲ ਹੈ, ਜਿਹੜਾ ਸ੍ਰਿਸ਼ਟੀ ਦਾ ਕਰਤਾ ਹੈ, ਉਹ ਓੰਗ ਹੈ। ਓੰਗ ਨਵੇਂ ਦੀ ਗੱਲ ਜਿਹੜੀ ਹੈ, ਉਹ ਤ੍ਰਿਭਵਨਸਾਰ ਦੀ ਗੱਲ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਲਿਖੀ ਆ, ਓਨਮ ਅੱਖਰ ਤ੍ਰਿਭਵਨਸਾਰ ਕਹਿ ਕੇ ਇਹ ਨਿਰਣਾ ਕਰ ਦਿੱਤਾ ਵੀ ਇਹ ਪਾਂਡੇ, ਇਹ ਓਨਮ ਅੱਖਰ ਵਿਚਾਰ ਸੁਣੋ ਕਿਹੜੀ ਹੈ। ਓਨਮ ਅੱਖਰ ਦੀ ਵਿਚਾਰ ਸੁਣ। ਤੁਸੀਂ ਕਹਿੰਦੇ ਮੰਦਿਰ ਵਿੱਚ ਸਥਾਪਨ ਕੀਤੀ ਮੂਰਤੀ ਨੂੰ ਓਂਕਾਰ ਮਿਥ ਰਹੇ ਹੋ, ਤੇ ਆਖਦੇ ਹੋ ਸ੍ਰਿਸ਼ਟੀ ਨੇ ਬ੍ਰਹਮਾ ਨੇ ਪੈਦਾ ਕੀਤੀ ਹੈ। ਪਰ ਓਂਕਾਰ ਉਹ ਸਰਵ ਵਿਆਪਕ ਹੈ, ਪਰਮਾਤਮਾ ਹੈ। ਜਿਸ ਸਰਵ ਵਿਆਪਕ ਪਰਮਾਤਮਾ ਤੋਂ ਬ੍ਰਹਮਾ ਦਾ ਵੀ ਜਨਮ ਹੋਇਆ। ਉਸ ਬ੍ਰਹਮਾ ਨੇ ਉਸ ਸਰਵ ਵਿਆਪਕ ਪ੍ਰਭੂ ਨੂੰ ਆਪਣੇ ਮਨ 'ਚ ਵਸਾਇਆ। ਉਹ ਸਾਰੀ ਸ੍ਰਿਸ਼ਟੀ ਤੇ ਸਮੇਂ ਦੀ ਵੰਡ ਉਸ ਸਰਵ ਵਿਆਪਕ ਪਰਮਾਤਮਾ ਤੋਂ ਹੋਈ ਹੈ। ਉਸ ਸਰਵ ਵਿਆਪਕ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਵੰਡ ਜਿਹੜੀ ਹੈ ਉਹ ਕੀਤੀ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਰ ਦਿੱਤਾ ਵੀ ਇਹ ਪਾਂਡੇ ਉਹਦੇ ਸ਼ਬਦ ਨਾਲ ਜੁੜ ਕੇ, ਉਹਦੇ ਨਾਮ ਵਿੱਚ ਜੁੜ ਕੇ, ਉਸ ਵਾਹਿਗੁਰੂ ਦੀ ਯਾਦ ਵਿੱਚ ਜੁੜ ਕੇ, ਸਰਵ ਵਿਆਪਕ ਪਰਮਾਤਮਾ ਦੀ ਸਹਾਇਤਾ ਨਾਲ ਹੀ ਸੰਸਾਰ ਸਮੁੰਦਰ ਦੇ ਵਿਕਾਰਾਂ ਤੋਂ ਅਸੀਂ ਬਚ ਸਕਦੇ ਹਾਂ, ਅਸੀਂ ਡਿੱਗਦੇ ਬਚ ਸਕਦੇ ਹਾਂ, ਤੇ ਗੁਰੂ ਦੇ ਦੱਸੇ ਰਾਹ ਦੇ ਤੁਰ ਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦੇ ਹਾਂ। ਤੇ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ, ਪਾਂਡੇ ਤੁਸੀਂ ਆਪਣੇ ਚਾਟੜਿਆਂ ਦੀਆਂ ਪੱਟੀਆਂ ਤੇ ਉਹ ਓੰਗ ਨਵੇਂ ਲਿਖਦੇ ਹੋ, ਪਰ ਇਸ ਮੂਰਤੀ ਨੂੰ ਹੀ ਓੰਗ ਸਮਝ ਰਹੇ ਹੋ। ਉਸ ਮਹਾਨ ਹਸਤੀ ਦੀ ਉਸ ਬਾਬਤ ਵੀ ਗੱਲ ਸੁਣੋ ਜਿਸ ਵਾਸਤੇ ਤੁਸੀਂ ਲਫ਼ਜ਼ ਓੰਗ ਨਵੇਂ ਲਿਖਦੇ ਹੋ। ਇਹ ਲਫ਼ਜ਼ ਓੰਗ ਨਵੇਂ ਉਸ ਅਕਾਲ ਪੁਰਖ ਵਾਸਤੇ ਹਨ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਤਾਂ ਇੱਥੇ ਸਤਿਗੁਰੂ ਜੀ ਨੇ ਉਹਨਾਂ ਦਾ ਭੁਲੇਖਾ ਦੂਰ ਕੀਤਾ ਵੀ ਓੰਗ ਜਿਹੜਾ ਬੜਾ ਛੋਟਾ ਜਿਹਾ ਲਫ਼ਜ਼ ਹੈ, ਤੇ ਇਹਨੂੰ ਬਣਾਉਣ ਵਾਲਾ ਕੋਈ ਹੋਰ ਹੈ, ਮਾਰਨ ਵਾਲਾ ਕੋਈ ਹੋਰ ਹੈ। ਇਸ ਢੰਗ ਦੇ ਨਾਲ
ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੀ ਬਾਣੀ ਹੈ ਇਹਦੀ ਲਿਖਣ ਦਾ ਜਿਹੜਾ ਪ੍ਰਯੋਜਨ ਸੀ, ਓਂਗ ਲਫ਼ਜ਼ ਬਾਣੇ ਬਣੇ ਹੋਏ ਭੁਲੇਖੇ ਜਿਹੜੇ ਸਨ ਉਹਨਾਂ ਨੂੰ ਦੂਰ ਕਰਨ ਦੀ ਗੱਲ ਜਿਹੜੀ ਸੀ ਗੁਰੂ ਪਾਤਸ਼ਾਹ ਨੇ ਕੀਤੀ। ਤਾਂ ਪਹਿਲੀ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਓੰਕਾਰ ਸਰਵ ਵਿਆਪਕ ਹੈ, ਪਰਮਾਤਮਾ ਹੈ, ਇਹ ਸਾਰੀ ਸ੍ਰਿਸ਼ਟੀ ਦੇ ਸਮੇਂ ਦੀ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਬਣਾਇਆ, ਫਿਰ ਸਮੇਂ ਦੀ ਵੰਡ ਵੀ ਉਹਨੇ ਕੀਤੀ, ਜਿਸ ਤੋਂ ਬ੍ਰਹਮਾ ਆਦਿਕ ਦੇਵਤੇ ਵੀ ਉਹਨੇ ਬਣਾਏ ਦਿੱਤੇ, ਵੇਦ ਧਾਰਮਿਕ ਪੁਸਤਕਾਂ ਵੀ ਉਹਨੇ ਬਣਾਈਆਂ। ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਓੰਗ ਨੂੰ ਸਿਰ ਲਵਾਉਂਦੇ ਹਨ, ਅਸਲ ਵਿੱਚ ਉਹ ਹੀ ਵਿਕਾਰਾਂ ਤੋਂ ਬਚ ਕੇ ਨਿਕਲ ਜਾਂਦੇ ਹਨ। ਇਹ ਤੱਤ ਸਾਰ ਹੈ ਇਸ ਬਾਣੀ ਦਾ, ਜੋ ਪਹਿਲਾਂ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ। ਤਾਂ ਸਤਿਗੁਰੂ ਜੀ ਅਗਲੀ ਪੌੜੀ 'ਚ ਕਹਿੰਦੇ ਵੀ ਸਤਿਗੁਰੂ ਦੀ ਬਾਣੀ ਮੁੜ ਮੁੜ ਕੇ ਇਹ ਭੇਦ ਖੁੱਲਦਾ ਹੈ, ਜਿਵੇਂ ਜਿਵੇਂ ਅਸੀਂ ਬਾਣੀ ਪੜ੍ਹਦੇ ਹਾਂ ਕਿ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ ਤੇ ਸਿਰਫ ਉਹੀ ਸਦਾ ਰਹਿਣ ਵਾਲਾ ਹੈ, ਤੇ ਜਗਤ ਦਾ ਜਿਹੜਾ ਹੈ ਸਾਰਾ ਉਹ ਨਾਸ਼ਵਾਨ ਹੈ, ਕੇਵਲ ਪਰਮਾਤਮਾ ਹੀ ਹੈ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਸੱਸੇ ਸਭ ਜਗ ਸਹਿਜ ਉਪਾਇਆ, ਤੀਨ ਭਵਨਿਕ ਜੋਤੀ, ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ, ਸਮਝੈ ਬੂਝੈ ਪਥ ਪੜ ਪੜ ਬੂਝੇ, ਅੰਤ ਨਿਰੰਤਰ ਸਾਚਾ, ਗੁਰਮੁਖ ਤੀਖਿਆ ਸਾਹ ਸੰਭਾਲੇ, ਫਿਰ ਸਾਚੇ ਦਾ ਕਾਚਾ। ਤੋ ਇਹ ਸਤਿਗੁਰੂ ਜੀ ਨੇ ਦੂਜੀ ਪੌੜੀ ਦੇ ਵਿੱਚ ਸਾਨੂੰ ਵਿਚਾਰ ਦਿੱਤੇ। ਇਸ ਤੋਂ ਅਗਲੀ ਪੌੜੀ ਵਿੱਚ ਸਤਿਗੁਰੂ ਜੀ ਕਹਿੰਦੇ ਵੀ ਸਤਿਗੁਰੂ ਹੀ ਕਰਤਾਰ ਦੀ ਵਡਿਆਈ ਦੀ ਕਦਰ ਜਾਣਦਾ। ਅੱਗੇ ਗੁਰੂ ਦੀ ਜਿਹੜੀ ਵਡਿਆਈ ਜਿਹੜੀ ਹੈ ਉਹ ਤੀਜੀ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਕੀਤੀ ਹੈ। ਜੋ ਮਨੁੱਖ ਸਤਿਗੁਰ ਦੀ ਸ਼ਰਨ 'ਚ ਪੈਂਦਾ ਹੈ, ਤੀਜੀ ਪੌੜੀ 'ਚ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਜਿਹੜਾ ਮਨੁੱਖ ਸਤਿਗੁਰ ਦੀ ਸ਼ਰਨ ਵਿੱਚ ਪੈਂਦਾ ਹੈ, ਉਹ ਸਤ ਸੰਗਤ ਵਿੱਚ ਪਰਮਾਤਮਾ ਦਾ ਨਾਮ ਸਿਮਰ ਕੇ ਨਕਾਰੇ ਤੇ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ ਹੈ। ਇਹ ਗੱਲ ਜਿਹੜੀ ਖਿਆਲ ਵਾਲੀ ਸਮਝਣ ਵਾਲੀ ਹੈ ਵੀ ਪਰ ਗੁਰੂ ਇਹੋ ਜਿਹਾ ਹੈ ਜਿਹੜਾ ਨਕਾਰਿਆ ਹੋਇਆ ਭਾਵ ਜਿਹਨੂੰ ਅਸੀਂ ਇਹ ਸੁੱਟ ਦਿੰਦੇ ਹਾਂ ਜੰਗਾਲੇ ਨੂੰ, ਜੰਗਾਲ ਜਿਹੜਾ ਲੋਹੇ ਦੇ ਉੱਤੇ ਜੰਗਾਲ ਲੱਗ ਜਾਏ ਉਹਨੂੰ ਮਨੂਰ ਕਹਿੰਦੇ ਨੇ। ਉਹ ਜੰਗਾਲ ਲੋਹਾ ਤਾਂ ਫਿਰ ਵੀ ਵਿਕ ਜਾਂਦਾ ਪੁਰਾਣਾ, ਪਰ ਉਹ ਜੰਗਾਲ ਜਿਹੜਾ ਉਹ ਰੋੜ ਦਿੱਤਾ ਜਾਂਦਾ, ਉਹ ਤਾਂ ਕਿਸੇ ਕੰਮ ਨਹੀਂ ਆਉਂਦਾ। ਪਰ ਗੁਰੂ ਜਿਹੜਾ ਹੈ ਉਹ ਸਤਿਗੁਰੂ ਜੀ ਪਾਤਸ਼ਾਹ ਕਹਿੰਦੇ ਨੇ ਧੱਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀ ਦਾ, ਧੱਦਾ ਧੂਲ ਪੜੇ ਮੁਖ ਮਸਤਕ, ਕੰਚਨ ਭੈ ਮਨੂਰਾ। ਬਸ ਅਕੰਚਨ ਭੈ ਮਨੂਰਾ ਗੁਰੂ ਦੀ ਤਾਕਤ ਹੈ। ਗੁਰੂ ਜਿਹੜਾ ਹੈ ਉਹ ਸਤ ਸੰਗਤ ਵਿੱਚ ਦੀ ਬਖਸ਼ਿਸ਼ ਕਰਕੇ ਪਰਮਾਤਮਾ ਦਾ ਨਾਮ ਸਿਮਰ ਕੇ ਇਨਸਾਨ ਨਕਾਰੇ ਤੋਂ ਨਕਾਰੇ ਬੰਦੇ ਜਿਹੜੇ ਮਨੂਰ ਜਿਹੜੇ ਲੋਹੇ ਵਰਗੇ ਹਨ ਉਹਨਾਂ ਨੂੰ ਵੀ ਕੰਚਨ ਕਰ ਦਿੰਦਾ ਹੈ, ਉਹਨਾਂ ਨੂੰ ਵੀ ਸੋਨੇ ਵਰਗਾ ਸ਼ੁੱਧ ਬਣਾ ਦਿੰਦਾ ਹੈ, ਉਹਨਾਂ ਦੇ ਜੀਵਨ ਵਿੱਚ ਵੀ ਗੁਰੂ ਬਹਾਰ ਲੈ ਆਉਂਦਾ ਹੈ। ਤਾਂ ਸਤਿਗੁਰੂ ਜੀ ਨੇ ਦੂਜੀ ਪੌੜੀ ਦੇ ਤੀਜੀ ਪੌੜੀ ਵਿੱਚ ਇੱਕ ਸੰਖੇਪ ਜਿਹਾ ਵਿਚਾਰ ਇਸ ਤਰ੍ਹਾਂ ਦਿੱਤਾ। ਚੌਥੀ ਪੌੜੀ ਜਿਹੜੀ ਓਂਕਾਰ ਬਾਣੀ ਦੀ ਹੈ, ਪਰਮਾਤਮਾ ਦੀ ਕਹਿੰਦੇ ਨੇ ਮਿਹਰ ਸਦਕਾ ਜੇ ਉਹ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਪਰ ਗੁਰੂ ਤੋਂ ਖੁੰਝਾ ਮਨੁੱਖ ਆਤਮਿਕ ਮੌਤ ਤੇ ਮਰਿਆ ਰਹਿੰਦਾ ਹੈ, ਆਤਮਿਕ ਮੌਤ ਹੀ ਹਮੇਸ਼ਾ ਸਹੇੜਦਾ ਰਹਿੰਦਾ ਹੈ। ਹੁਣ ਦੇਖੋ ਆਪਾਂ ਜੇ ਗੁਰੂ ਜੀ ਦੀ ਗੱਲ ਸਮਝਦੇ ਹਾਂ, ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਵਿਖਾਇਆ। ਦੇਖੋ ਇੱਥੋਂ ਗੱਲ ਕੀ ਸਮਝ ਆਉਂਦੀ ਹੈ? ਗੁਰ ਰਸ ਗੀਤ ਬਾਦਰੀ ਭਾਵੇ ਸੁਣੀਏ, ਗਹਿਰ ਗੰਭੀਰ ਗਵਾਇਆ, ਗੁਰ ਸੱਚ ਕਿਹਾ ਅੰਮ੍ਰਿਤ ਲਿਆ, ਮਨ ਤਨ ਸਾਧ ਸੁਖਾਇਆ, ਆਪੇ ਗੁਰਮੁਖ ਆਪੇ ਦੇਵੇ, ਆਪੇ ਅੰਮ੍ਰਿਤ ਪਿਆਇਆ। ਤੋ ਪਰਮਾਤਮਾ ਮਿਹਰ ਕਰੇ ਤਾਂ ਨਾਮ ਦੀ ਦਾਤ ਮਿਲਦੀ ਹੈ, ਤੇ ਜਦੋਂ ਨਾਮ ਦੀ ਦਾਤ ਮਿਲਦੀ ਹੈ ਜੀਵਨ ਜਿਹੜਾ ਹੈ ਉਹਨੂੰ ਤਬਦੀਲੀ ਆਉਂਦੀ ਹੈ। ਜਿੱਥੇ ਦੁਨੀਆ ਦੇ ਚੀਜ਼ਾਂ ਪਿਆਰੀਆਂ ਲੱਗਦੀਆਂ ਸਨ ਉੱਥੇ ਚੇਂਜ ਆ ਕੇ ਪਰਮੇਸ਼ਰ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ। ਪਰ ਜਿਹੜਾ ਮਨੁੱਖ, ਜਿਹੜੀ ਪਹਿਲੀ ਪੰਕਤੀ ਹੈ, ਜਿਹੜਾ ਮਨੁੱਖ ਖੁੰਝਿਆ ਹੋਇਆ ਹੈ ਗੁਰੂ ਦੇ ਸ਼ਰਨ ਵਿੱਚ ਨਹੀਂ ਪੈਂਦਾ, ਗਰਭ ਗਲੇ ਵਿਖ ਆਇਆ, ਉਹ ਆਤਮਿਕ ਮੌਤ ਸਹੇੜਦਾ ਹੈ। ਵਿਖ ਆਇਆ ਜ਼ਹਿਰ ਖਾਂਦਾ, ਭਾਵ ਉਹਦਾ ਬਾਹਰਮੁਖੀ ਸੁਭਾਅ ਹੈ ਤੇ ਉਹ ਬਾਹਰਮੁਖੀ ਹੋ ਕੇ ਫਿਰ ਜ਼ਹਿਰ ਹੀ ਖਾਂਦਾ ਰਹਿੰਦਾ ਹੈ ਤੇ ਆਤਮਿਕ ਮੌਤੇ ਜਿਹੜਾ ਹੈ ਮਰ ਜਾਂਦਾ ਹੈ। ਕਿਉਂਕਿ ਵਿਖ ਨੇ ਕਦੀ ਜੀਵਨ ਨਹੀਂ ਦੇਣਾ, ਵਿਖ ਨੇ ਹਮੇਸ਼ਾ ਮੌਤ ਹੀ ਦੇਣੀ ਹੈ। ਤੋ ਸਤਿਗੁਰੂ ਜੀ ਅਗਲੀ ਪੌੜੀ 'ਚ ਫਿਰ ਕਹਿੰਦੇ, ਪੰਜਵੀਂ ਪੌੜੀ ਦੇ ਵਿੱਚ, ਵੀ ਹਰੇਕ ਮਨੁੱਖ ਆਖਰ ਨੂੰ ਤਾਂ ਇਹ ਗੱਲ ਕਹਿ ਦਿੰਦਾ ਹੈ ਕਿ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ। ਕਹਿੰਦੇ ਹਰ ਬੰਦਾ ਇਹ ਗੱਲ ਤਾਂ ਕਹਿ ਦਿੰਦਾ ਹੈ, ਕਹਿਣ ਦੀਆਂ ਗੱਲਾਂ ਹੋਰ ਨੇ ਵੀ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ। ਇਹ ਗੱਲ ਮਨੁੱਖ ਆਮ ਤਾਂ ਇਹ ਗੱਲ ਹਰ ਮਨੁੱਖ ਦੀ ਗੱਲ ਤੋਂ ਆਪਾਂ ਸੁਣ ਲੈਂਦੇ ਹਾਂ, ਪਰ ਸੱਚਾਈ ਦੀ ਅਸਲ ਸੂਝ ਉਦੋਂ ਪੈਂਦੀ ਹੈ, ਇਸ ਗੱਲ ਦੀ ਅਸਲ ਸੂਝ ਹੀ ਉਦੋਂ ਪੈਂਦੀ ਹੈ ਕਦੋਂ? ਜਦੋਂ ਮਨੁੱਖ ਆਪਣੇ ਅੰਦਰ ਹਉਮੈ ਤੇ ਹੰਕਾਰ ਨੂੰ ਦੂਰ ਕਰ ਲੈਂਦਾ ਹੈ।
असली सच्चाई ਦੀ ਅੰਤਰ ਜਿਹੜੀ ਹੈ ਇਹ ਉਦੋਂ ਪਤਾ ਲੱਗਦਾ ਹੈ। ਏਕੋ ਏਕ ਕਹੇ ਸਭ ਕੋਈ, ਹਉਮੈ ਗਰਭ ਵਿਆਪੈ, ਅੰਤਰ ਬਾਹਰ ਏਕ ਪਛਾਣੇ, ਇਉਂ ਘਰ ਮਹਿਲ ਸਿਆਪੈ। ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸਿਰ ਸਬਾਈ, ਏਕੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਗੁਰੂ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਰਾਹੀਂ ਇਹੋ ਹੀ ਗੱਲ ਦੱਸੀ ਹੈ ਵੀ ਜਦੋਂ ਸਰਵ ਵਿਆਪਕਤਾ ਦਾ, ਪਰਮੇਸ਼ਰ ਦੀ ਸਰਵ ਵਿਆਪਕਤਾ ਦਾ ਅੰਦਾਜ਼ਾ ਉਸ ਵਕਤ ਹੁੰਦਾ ਹੈ ਜਦੋਂ ਮਨੁੱਖ ਆਪਣੇ ਅੰਦਰੋਂ ਲੱਭ ਲੁਭ ਹੰਕਾਰ ਦੀਆਂ ਦੀਵਾਰਾਂ ਨੂੰ ਤੋੜ ਦਿੰਦਾ ਹੈ। ਜਦ ਤੱਕ ਲੱਭ ਲੁਭ ਹੈ ਉਦੋਂ ਤੱਕ ਮਨੁੱਖ ਤੇ ਉਹਦਾ ਭੇਦ ਜਿਹੜਾ ਬਣਿਆ ਰਹਿੰਦਾ ਹੈ। 6ਵੀਂ ਪੌੜੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਪਰਮਾਤਮਾ ਮਨੁੱਖ ਦੇ ਹਿਰਦੇ 'ਚ ਵਸਦਾ ਹੈ, ਜਦ ਤੱਕ ਅੰਦਰ ਹਉਮੈ ਹੰਕਾਰ ਹੈ ਇਹ ਸੂਝ ਨਹੀਂ ਆ ਸਕਦੀ। ਇਹ ਵੀ ਸਮਝ ਨਹੀਂ ਆਉਂਦੀ ਵੀ ਨੇੜੇ ਮੇਰੇ ਨਾਲ ਹੈ। ਇਹ ਵੀ ਗੱਲ ਜਿਹੜੀ ਹੈ ਇਹ ਸਮਝ ਨਹੀਂ ਆ ਸਕਦੀ ਕਿ ਜਦ ਤੱਕ ਅੰਦਰ ਹਉਮੈ ਹੰਕਾਰ ਦੀ ਦੀਵਾਰ ਖੜੀ ਹੈ। ਹਉਮੈ ਦੂਰ ਕਰਕੇ ਉਸ ਨੂੰ ਯਾਦ ਕਰਨ ਦੇ ਨਾਲ, ਉਸ ਨੂੰ ਮਨ ਵਿੱਚ ਵਸਾਉਣ ਦੇ ਨਾਲ, ਉਸ ਨਾਲ ਜਾਣ ਪਛਾਣ ਕਰਨ ਦੇ ਨਾਲ ਫਿਰ ਉਹਦੀ ਵਡਿਆਈ ਦੀ ਕਦਰ ਪੈਂਦੀ ਹੈ, ਫਿਰ ਉਹਦੀ ਵੱਡੇਪਣੇ ਦਾ ਪਤਾ ਲੱਗਦਾ ਹੈ। ਜਦ ਤੱਕ ਹਉਮੈ ਹੈ ਉਦੋਂ ਤੱਕ ਮਨੁੱਖ ਨੂੰ ਪਛਾਣ ਨਹੀਂ ਸਕਦਾ। ਪਰਮਾਤਮਾ ਹੈ ਅੰਦਰ ਹੀ, ਹੁਣ ਦਿਸਦਾ ਕਿਉਂ ਨਹੀਂ? ਕਿਉਂਕਿ ਅੰਦਰ ਦੀਵਾਰ ਹੈ। ਉਹ ਹੈ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਹੁਕਮ 'ਚ ਚੱਲਣਾ ਹੀ ਤਾਂ ਔਖਾ ਹੈ। ਹੁਕਮ ਦੀ ਤਾਂ ਸਮਝ ਨਹੀਂ ਆਉਂਦੀ ਵੀ ਹੁਕਮ ਹੈ ਕੀ ਚੀਜ਼। ਜੋ ਹੈ ਜਿਸ ਤਰ੍ਹਾਂ ਦਾ ਹੈ, ਜਿਹੋ ਜਿਹਾ ਹੈ, ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਉਹਦਾ ਹੁਕਮ ਹੈ। ਬਸ ਇੰਨੀ ਛੋਟੀ ਜਿਹੀ ਪਰਿਭਾਸ਼ਾ ਅਸੀਂ ਹੁਕਮ ਦੀ ਗੱਲ ਮੰਨ ਲਈਏ ਤਾਂ ਸ਼ਾਇਦ ਜੀਵਨ ਵਿੱਚ ਸਾਡੇ ਚੇਂਜ ਆ ਜਾਏ, ਤਬਦੀਲੀ ਆ ਜਾਏ। ਜੋ ਹੈ ਜਿਸ ਤਰ੍ਹਾਂ ਦਾ ਹੈ, ਜਿਹੋ ਜਿਹਾ ਹੋਵੇਗਾ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ। ਤਾਂ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਨੇ, ਇਸ ਕਰਤੇ ਕੋ ਕਿਉਂ ਕਹਿ ਰੱਖੋ, ਔਫਰੇ ਤੁਲਿਓ ਨਾ ਜਾਈ, ਮਾਇਆ ਕੇ ਦੀਵਾਨੇ ਪ੍ਰਾਣੀ ਝੂਠ ਗੋਰੀ ਪਾਈ। ਲੱਭ ਲੋਭ ਮੁਹਤਾਜ ਬਗੁੱਤੇ, ਇਵ ਤਾਂ ਫਿਰ ਪਛਤਾਈ। ਏਕ ਸਰੇਵੇਂ ਤਾਂ ਗਤ ਮਿਤ ਪਾਵੇਂ, ਆਵਨ ਜਾਨ ਹੈ। ਵੀ ਆਵਨ ਜਾਨ ਉਦੋਂ ਹੀ ਮੁੱਕਣਾ ਜਦੋਂ ਇੱਕ ਦੀ ਯਾਦ ਜਿਹੜੀ ਹੈ ਉਹ ਤੇਰੇ ਹਿਰਦੇ ਵਿੱਚ ਪੱਕੀ ਹੋ ਜਾਏਗੀ। ਤਾਂ ਸਤਿਗੁਰੂ ਜੀ ਨੈਕਸਟ ਜਿਹੜੀ ਪੌੜੀ ਹੈ, ਜਿਹਨੂੰ 7ਵੀਂ ਪੌੜੀ ਅਸੀਂ ਕਹਿੰਦੇ ਹਾਂ ਵੀ ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਹੀ ਦਿਸਦਾ ਸਰੂਪ ਹੈ। ਏਕ ਆਚਾਰ ਰੰਗ ਇਕ ਰੂਪ, ਪੌਣ ਪਾਣੀ ਅਗਨੀ ਅਸਰੂਪ। ਏਕੋ ਭਵਰ ਭਵੇ ਤੈ ਲੋਏ, ਏਕੋ ਬੂਝੈ ਸੂਝੇ ਪਤ ਹੋਏ। ਗਿਆਨ ਧਿਆਨ ਲੈ ਸੰਸਰ ਰਹਿ, ਗੁਰਮੁਖ ਏਕ ਵਿਰਲਾ ਕੋ ਲਹੈ। ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ। ਗੁਰੂ ਦੁਆਰੇ ਆਖ ਸੁਣਾਏ। ਵੀ ਜਿਸ ਉੱਤੇ ਤੇਰੀ ਕਿਰਪਾ ਹੋ ਜਾਏ। ਤਾਂ ਸਤਿਗੁਰੂ ਜੀ ਇੱਥੇ ਕਹਿੰਦੇ ਨੇ ਵੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਪਰਮਾਤਮਾ ਦਾ ਹੀ ਦਿਸਦਾ ਸਰੂਪ ਹੈ, ਪਰ ਸੋਝੀ ਉਸ ਮਨੁੱਖ ਨੂੰ ਹੁੰਦੀ ਹੈ ਜੋ ਸਤਿਗੁਰ ਦੀ ਰਾਹੀਂ ਹਉਮੈ ਹੰਕਾਰ ਦੂਰ ਕਰਕੇ ਆਪਣੀ ਸੁਰਤ ਉਸ ਪਰਮੇਸ਼ਰ ਦੇ ਨਾਮ ਵਿੱਚ ਜੋੜਦਾ ਹੈ। ਗੁਰੂ ਦੁਆਰੇ, ਜੋ ਗੁਰੂ ਦੇ ਦੁਆਰੇ ਭਾਵ ਗੁਰੂ ਦੀ ਰਾਹੀਂ ਪਰਮਾਤਮਾ ਦੀ ਅਸਲੀਅਤ ਨੂੰ ਸਮਝ ਲਵੇ, ਉਹੀ ਅਸਲ ਵਿੱਚ ਇਸ ਗੱਲ ਨੂੰ ਸਮਝਣ ਦਾ ਹੱਕਦਾਰ ਹੈ। ਅਗਲੀ ਪੌੜੀ 'ਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਗੁਰੂ ਦਾ ਸ਼ਬਦ ਜਿਹੜਾ ਹੈ ਉਹਦੇ ਨਾਲ ਹੀ ਇਹ ਗੱਲ ਦੀ ਸਮਝ ਆਉਂਦੀ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਦਾ ਢੰਗ, ਅੰਦਰ ਵਸਾਉਣ ਦਾ ਢੰਗ ਗੁਰੂ ਦਾ ਸ਼ਬਦ ਹੈ। ਗੁਰੂ ਦੇ ਸ਼ਬਦ ਹੀ ਇੱਦਾਂ ਕਹਿ ਲਈਏ, ਗੁਰੂ ਦੇ ਸ਼ਬਦ ਰਾਹੀਂ ਹੀ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿੱਚ ਆਪਣੀ ਸਿਫਤ ਸਲਾਹ ਨੂੰ ਵਸਾ ਦਿੰਦਾ ਹੈ, ਉਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਇਸ ਜਗਤ ਦਾ ਬਣਾਉਣ ਵਾਲਾ ਹੈ ਤੇ ਆਪ ਇਸ ਜੀਵਨ ਨੂੰ ਰਾਹ ਸਿਖਾਉਣ ਵਾਲਾ ਹੈ। ਹੁਣ ਸਮਝ ਕਿਹਨੂੰ ਆਉਂਦੀ ਹੈ? ਜਿਹਦੇ ਅੰਦਰ ਗੁਰੂ ਦੇ ਸ਼ਬਦ ਨਾਲ ਪਿਆਰ ਬਣ ਜਾਏ। ਗੁਰੂ ਦੇ ਸ਼ਬਦ ਨਾਲ ਪਿਆਰ ਬਣ ਜਾਏ, ਕਿਉਂਕਿ ਸ਼ਬਦ ਕੀ ਹੈ? ਸ਼ਬਦ ਨਿਰੰਕਾਰ ਦੇ ਘਰ ਦੀਆਂ ਬਾਤਾਂ ਹਨ। ਸ਼ਬਦ ਉਸ ਪ੍ਰੀਤਮ ਦੇ ਦੇਸ਼ ਦੀ ਕਹਾਣੀ ਹੈ। ਜਿਸ ਨੇ ਉਸ ਪ੍ਰੀਤਮ ਦੇ ਦਰਸ਼ਨ ਕਰਨੇ ਨੇ ਉਹਨੂੰ ਸ਼ਬਦ ਰਾਹੀਂ ਹੋਣਗੇ। ਬਸ ਸ਼ਬਦ ਵਿੱਚ ਸੁਰਤ ਨੂੰ ਜੋੜਨਾ। ਸ਼ਬਦ ਗਿਆਨ ਹੈ, ਅੰਤਰੀਵ ਸ਼ਬਦ ਉਸ ਪਰਮੇਸ਼ਰ ਦੇ ਦਰ ਤੋਂ ਆਏ ਹੋਏ ਬੋਲ ਹਨ। ਇਹ ਕਸਮ ਕੀ ਬਾਣੀ ਹੈ, ਇਹ ਸੱਚ ਹੈ। ਪਰਮਾਤਮਾ ਸੱਚ ਹੈ ਤੇ ਉਸ ਦਾ ਸ਼ਬਦ ਵੀ ਸੱਚ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਵੀ ਇਹ ਸ਼ਬਦ ਦੀ ਰਾਹੀਂ ਜਿਹਦੇ ਹਿਰਦੇ 'ਚ ਉਹਦੀ ਸਿਫਤ ਸਲਾਹ ਵਸਦੀ ਹੈ, ਉਹਨੂੰ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਆਪ ਇਸ ਜਗਤ ਨੂੰ ਬਣਾਉਣ ਵਾਲਾ ਹੈ ਤੇ ਆਪ ਹੀ ਇਸ ਨੂੰ ਜੀਵਨ ਦਾ ਸਿਖਾਉਣ ਵਾਲਾ ਹੈ। ਸਤਿਗੁਰੂ ਪਾਤਸ਼ਾਹ ਜੀ ਅਗਲੀ ਪੌੜੀ 'ਚ ਦੱਸਦੇ ਨੇ ਵੀ ਗੁਰੂ ਦੀ ਸ਼ਬਦ ਰਾਹੀਂ ਨਾਮ ਵਿੱਚ ਰੰਗਿਆ ਹੈ ਮਨੁੱਖ ਪਵਿੱਤਰ ਜੀਵਨ ਵਾਲਾ ਬਣਦਾ ਹੈ। ਅੱਗੇ ਉਦਾਹਰਨਾਂ ਦਿੱਤੀਆਂ ਨੇ ਵੀ ਸੂਰਜ ਚੜ੍ਹਦਾ ਤੇ ਰੋਸ਼ਨੀ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਜੀ ਨੇ ਵੀ ਉਦਾਹਰਨ ਦੇ ਕੇ ਗੱਲ ਕੀਤੀ ਹੈ ਵੀ ਜਿਵੇਂ ਸੂਰਜ ਚੜ੍ਹਦਾ
ਤੇ ਫਿਰ ਹਨੇਰਾ ਜਿਹੜਾ ਹੈ ਉਹ ਦੂਰ ਹੋ ਜਾਂਦਾ। ਜਦੋਂ ਸੂਰਜ ਚੜ੍ਹਦਾ ਹੈ ਉਦੋਂ ਸਾਰੇ ਪਾਸੇ ਇਹ ਲਾਈਟ ਹੀ ਲਾਈਟ ਬਣ ਜਾਂਦੀ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹਦੇ 'ਚ ਗੱਲ ਦੱਸੀ ਹੈ ਵੀ ਗੁਰੂ ਦੀ ਸ਼ਬਦ ਦੇ ਰਾਹੀਂ ਨਾਮ ਵਿੱਚ ਰੰਗਿਆ ਹੋਇਆ ਮਨੁੱਖ ਜਿਹੜਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਉਸ ਨੂੰ ਹਰੇਕ ਜੀਵ ਵਿੱਚ ਫਿਰ ਬੋਲਦਾ, ਸੁਣਦਾ, ਕਰਦਾ ਪਰਮਾਤਮਾ ਹੀ ਦਿਸਦਾ ਹੈ। ਜਦੋਂ ਗਿਆਨ ਹੋ ਗਿਆ ਫਿਰ ਮਨੁੱਖਤਾ ਨਾਲ ਪਿਆਰ ਹੋ ਗਿਆ। ਜਦੋਂ ਗਿਆਨ ਨਹੀਂ ਸੀ, ਅੰਦਰ ਹਉਮੈ ਦੀ ਦੀਵਾਰ ਸੀ, ਉਦੋਂ ਤੱਕ ਮਨੁੱਖ ਪਰਮੇਸ਼ਰ ਦੀ ਇਸ ਵਡਿਆਈ ਨੂੰ ਸਮਝ ਨਾ ਸਕਿਆ। 9ਵੀਂ ਪੌੜੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜੀ ਗੱਲ ਸਾਨੂੰ ਸਮਝਾਈ ਹੈ ਕਿ ਗੁਰੂ ਦੇ ਸ਼ਬਦ ਰਾਹੀਂ ਨਾਮ ਵਿੱਚ ਰੰਗਾ ਹੋਇਆ ਬੰਦਾ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਉਗਵੈ ਸੂਰ ਅਸੁਰ ਸ਼ਿੰਗਾਰੇ, ਵੀ ਜਦੋਂ ਸੂਰਜ ਚੜ੍ਹਦਾ ਤਾਂ ਬਾਕੀ ਸਾਰਾ ਹਨੇਰਾ ਜਿਹੜਾ ਇਹ ਦੂਰ ਚਲ ਜਾਂਦਾ ਹੈ। ਇਸ ਤਰ੍ਹਾਂ ਹੀ ਸ਼ਬਦ ਦੀ ਵਿਚਾਰ ਜਿਹੜੀ ਹੈ ਅੰਦਰੋਂ ਹਨੇਰੇ ਨੂੰ ਦੂਰ ਕਰ ਦਿੰਦੀ ਹੈ। ਫਿਰ ਉਹ ਤੋਂ ਇਹ ਗੱਲ ਸਮਝ ਆ ਜਾਂਦੀ ਹੈ ਵੀ ਆਦ ਅੰਤ ਨੂੰ ਬਣਾਉਣ ਵਾਲਾ ਕੇਵਲ ਪਰਮੇਸ਼ਰ ਹੈ, ਉਹੀ ਵਿਧਾਤਾ ਹੈ, ਉਹੀ ਦੇਣ ਵਾਲਾ ਹੈ। ਇਹ ਸਾਰੀ ਗੱਲ ਜਿਹੜੀ ਹੈ ਉਹ ਸਮਝੋ ਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੀ ਪਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਦੇ ਵਿੱਚ ਰੰਗੇ ਹੋਏ ਹਨ। ਨਾਨਕ ਨਾਮ ਰਤੇ ਪਤ ਹੋਏ, ਪ੍ਰਭ ਜਗ ਜੀਵਨ ਅਵਰ ਨਾ ਕੋਏ। ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਜਗਤ ਦਾ ਜੀਵਨ ਦੇਣ ਵਾਲਾ ਕੇਵਲ ਪਰਮੇਸ਼ਰ ਹੈ। ਤੇ ਸਤਿਗੁਰੂ ਜੀ ਕਹਿੰਦੇ ਨਾਨਕ ਨਾਮ ਰਤੇ ਪਤ ਹੋਏ, ਵੀ ਨਾਮ ਵਿੱਚ ਰੰਗਿਆ ਹੀ ਪਰਮੇਸ਼ਰ ਦੇ ਦਰ ਤੇ ਇੱਜ਼ਤ ਮਿਲਦੀ ਹੈ, ਵਡਿਆਈ ਮਿਲਦੀ ਹੈ। ਨਾਮ ਵਿੱਚ ਰੰਗੇ ਹੋਏ ਨੂੰ ਹੀ ਵਡਿਆਈ ਮਿਲਦੀ ਹੈ। ਤਾਂ ਸਤਿਗੁਰੂ ਜੀ ਅਗਲੀ ਪੌੜੀ 'ਚ ਜਿਹੜੀ ਗੱਲ ਕਹਿੰਦੇ ਵੀ ਗੁਰੂ ਦਾ ਸ਼ਬਦ ਦਾ ਆਸਰਾ ਲੈ ਕੇ, 10ਵੀਂ ਪੌੜੀ ਜਿਹੜੀ ਹੈ ਸਤਿਗੁਰੂ ਜੀ ਦੀ, ਕਹਿੰਦੇ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਆਨੰਦ ਸਰੂਪ ਸਰਬ ਵਿਆਪਕ ਪਰਮਾਤਮਾ ਨਾਲ ਸਿਮਰਨ ਦੀ ਰਾਹੀਂ, ਉਹਦੀ ਯਾਦ ਦੀ ਰਾਹੀਂ ਪੱਕੀ ਜਾਣ ਪਛਾਣ ਪਾਇਆ ਹੀ ਮਨੁੱਖ ਦੇ ਅੰਦਰੋਂ ਕਾਮਦੇਵ ਵਿਕਾਰਾਂ ਦੀ ਜਿਹੜੀ ਹੈ ਉਹ ਹਟਦੀ ਹੈ। ਜਿਹੜੀ ਉਹਦੀ ਕਾਮਦੇਵ ਵਿਕਾਰਾਂ ਦਾ ਬੋਲ ਸੀ ਨਾ ਅੰਦਰ, ਉਦੋਂ ਹਟਦਾ ਹੈ ਜਦੋਂ ਮਨੁੱਖ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਸਰਵ ਵਿਆਪਕ ਪ੍ਰਭੂ ਦੇ ਨਾਲ ਸਿਮਰਨ ਦੀ ਰਾਹੀਂ ਪੱਕੀ ਆਪਣੀ ਜਾਣ ਪਛਾਣ ਬਣਾ ਲੈਂਦਾ ਹੈ। ਤੇ ਉਹਦੇ ਅੰਦਰ ਫਿਰ ਵਿਕਾਰਾਂ ਦਾ ਟਾਕਰਾ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ। ਇਹ ਸਾਰੇ ਸਤਿਗੁਰੂ ਜੀ ਨੇ ਉਸ ਪਰਮੇਸ਼ਰ ਦੀ ਵਡਿਆਈ ਦੀ ਗੱਲ ਕੀਤੀ ਹੈ। ਰਾਜਨ ਰਾਮ ਰਵੇ ਹਿਤਕਾਰ, ਰਣ ਮੈਂ ਲੂਝੇ ਮਨੁਆ ਮਾਰ, ਰਾਤ ਦਿਨੰਤ ਰਹੇ, ਇਹ ਜਗਤ ਦੇ ਰਣ ਭੂਮੀ ਵਿੱਚ ਲੂਝਦਾ ਲੜਦਾ ਹੈ। ਰਾਤ ਦਿਨੰਤ ਰਹੇ ਰੰਗ ਰਾਤਾ, ਤੀਨ ਭਵਨ ਜੁਗ ਚਾਰੇ ਜਾਤਾ, ਜਿਨ ਜਾਤਾ ਸੋ ਤਿਸੀ ਹੀ ਜਿਹਾ। ਜਿਹਨੇ ਜਾਣ ਲਿਆ ਉਹਦੇ ਵਰਗਾ ਹੀ ਹੋ ਜਾਂਦਾ ਹੈ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਾ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਇਸ ਭੇਦ ਨਾ ਜਾਣਿਓ, ਉਹ ਸਾਈਂ ਵਰਗੇ ਹੀ ਨੇ। ਸਾਈਂ ਨਹੀਂ ਹਨ, ਸਾਈਂ ਵਰਗੇ ਹਨ। ਕਿਉਂਕਿ ਸਾਈਂ ਵਰਗਾ ਕੋਈ ਸਾਈਂ ਕੋ ਹੋਰ ਬਣ ਹੀ ਨਹੀਂ ਸਕਦਾ। ਸਾਈਂ ਵਰਗਾ ਹੋ ਸਕਦਾ ਹੈ ਲੇਕਿਨ ਸਾਈਂ ਕੋਈ ਹੈ, ਓਂਕਾਰ ਇੱਕੋ ਹੀ ਹੈ। ਉਹਦੇ ਵਰਗੇ ਬਣ ਸਕਦੇ ਆ ਲੇਕਿਨ ਉਹ ਨਹੀਂ ਬਣ ਸਕਦੇ। ਤਾਂ ਸਤਿਗੁਰੂ ਜੀ ਨੇ ਇਸ 10ਵੀਂ ਪੌੜੀ ਦੇ ਇਹ ਗੱਲ ਸਮਝਾ ਦਿੱਤੀ ਹੈ ਵੀ ਜਦੋਂ ਅੰਦਰ ਸ਼ਬਦ ਵਸ ਜਾਏ, ਅੰਦਰ ਸ਼ਬਦ ਨਾਲ ਸੁਰਤ ਜੁੜ ਜਾਏ, ਫਿਰ ਕਾਮ ਦੇ ਵਿਕਾਰਾਂ ਦਾ ਟਾਕਰਾ ਕਰਨ ਦੀ ਹਿੰਮਤ ਜਿਹੜੀ ਹੈ ਉਹ ਪੈਦਾ ਹੋ ਜਾਂਦੀ ਹੈ। ਤੇ 11ਵੀਂ ਪੌੜੀ ਸਤਿਗੁਰੂ ਜੀ ਕਹਿੰਦੇ ਵੀ ਮਨੁੱਖ ਦੁਨੀਆ ਦੇ ਧਨ ਮਾਲ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਮਨੁੱਖ ਦੁਨੀਆ ਦੇ ਧਨ ਮਾਲ ਦੀ ਖਾਤਰ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਹੋਰ ਹੋਰ ਜਿਉਣ ਲਈ ਤਰਲੇ ਲੈਂਦਾ ਹੈ, ਤਰਲੇ ਕੱਢਦਾ ਹੈ। ਪਰ ਸਤਿਗੁਰੂ ਜੀ ਕਹਿੰਦੇ, ਸਤਿਗੁਰੂ ਐਸੀ ਤਾਕਤ ਹੈ, ਐਸੀ ਸ਼ਕਤੀ ਹੈ ਜਿਹੜੀ ਰੱਬ ਨਾਲ ਲਗਨ ਲਾਉਣ ਦੀ ਜਾਚ ਸਿਖਾਉਂਦੀ ਹੈ। ਜਿਹੜੀ ਰੱਬ ਨਾਲ ਕਿਵੇਂ ਜੁੜਨਾ ਹੈ ਉਹਦੇ ਜੀਵਨ ਦਾ ਮਾਰਗ ਦਰਸ਼ਨ ਕਰਦੀ ਹੈ। ਪਰ ਸਤਿਗੁਰੂ ਫਿਰ ਆਪਣੇ ਸ਼ਬਦ ਨਾਲ, ਸਿਮਰਨ ਦੇ ਨਾਲ ਰੱਬ ਨਾਲ ਪਿਆਰ ਕਰਨ ਦੀ ਜਾਚ ਸਿਖਾਉਂਦਾ ਹੈ। ਤੇ ਦੁਨੀਆ ਤੋਂ, ਜਿਹੜੀ ਦੁਨੀਆ ਵਿੱਚ ਜਿਨ੍ਹਾਂ ਦਾ ਬੋਲਬਾਲਾ ਹੈ, ਜਿਹੜਾ ਗਲਤ ਰਸਤਾ ਹੈ, ਉਹ ਤੋਂ ਸਤਿਗੁਰੂ ਹੀ ਆਪ ਹਟਾ ਦਿੰਦਾ ਹੈ। ਜਦੋਂ ਗੁਰੂ ਮੱਤ ਦਿੰਦਾ ਹੈ, ਗੁਰੂ ਅਕਲ ਬਖਸ਼ਦਾ ਹੈ, ਸੋਝੀ ਬਖਸ਼ਦਾ ਹੈ, ਉਦੋਂ ਗੁਰੂ ਆਪ ਹੀ ਬਖਸ਼ਿਸ਼ ਕਰਕੇ ਇਸ ਭੈੜੇ ਰਸਤੇ ਤੇ ਤੁਰਨ ਤੋਂ ਵਰਜ ਦਿੰਦਾ ਹੈ, ਰੋਕ ਦਿੰਦਾ ਹੈ, ਤਾਂ ਕਿ ਸਮਝ ਆ ਜਾਂਦੀ ਹੈ ਕਿ ਇਹ ਦੁਨੀਆ ਜਿਹੜੀ ਹੈ ਇਹ ਨਾਲ ਨਹੀਂ ਜਾਣੀ। ਇੱਥੇ ਰਾਜਾ ਹੋਵੇ, ਰੰਕ ਹੋਵੇ, ਕਈ ਆਏ ਕਈ ਗਏ, ਕਿਸੇ ਨੇ ਰਹਿਣਾ ਨਹੀਂ, ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ, ਕਿਸੇ ਹੋਰ ਤੇ ਖੁਸ਼ਾਮਦ ਕਰਨ ਦੀ ਲੋੜ ਨਹੀਂ। ਇਹ ਸਿਰਫ ਤਾਂ ਸਿਰਫ ਇਹ ਵੀ ਸਮਝ ਆ ਜਾਂਦੀ ਹੈ ਕਿ ਜੇ ਜੀਵਨ ਹੋਇਆ ਤਾਂ ਮੌਤ ਵੀ ਜ਼ਰੂਰ ਹੋਏਗੀ।
ਇਹ ਸਾਰੀ ਅਸਲੀਅਤ ਕਦੋਂ ਸਮਝ ਆਉਂਦੀ ਹੈ? ਜਦੋਂ ਗੁਰੂ ਸਿਮਰਨ ਦੇ ਰਾਹੀਂ ਮਨੁੱਖ ਨੂੰ ਜੀਵਨ ਦਾ ਸਹੀ ਰਾਹ ਸਿਖਾ ਦਿੰਦਾ ਹੈ ਤੇ ਦੁਨੀਆ ਦੇ ਭੈੜੇ ਰਸਤੇ ਤੋਂ ਜਿਹੜਾ ਹੈ ਉਹ ਗੁਰੂ ਪਰੇ ਕਰ ਦਿੰਦਾ ਹੈ। ਸਤਿਗੁਰੂ ਜੀ 12ਵੀਂ ਪੌੜੀ ਜਿਹੜੀ ਗੱਲ ਕਹਿੰਦੇ ਨੇ ਸਤਿਗੁਰੂ ਦੇ ਦੱਸੇ ਜੀਵਨ ਰਾਹ ਤੇ ਤੁਰ ਕੇ ਪ੍ਰਭੂ ਦਾ ਨਾਮ ਸਿਮਰਿਆ ਮਨ ਬੇਫਿਕਰ ਹੋ ਜਾਂਦਾ ਹੈ ਤੇ ਖਿੜਿਆ ਰਹਿੰਦਾ ਹੈ। ਲੋਕ ਵਿਖਾਵੇ ਦਾ ਦਬਾਅ ਜਿਹੜਾ ਹੈ ਹਟ ਜਾਂਦਾ ਹੈ। ਆਮ ਤੌਰ ਤੇ ਸਾਡਾ ਸੁਭਾਅ ਤਾਂ ਲੋਕ ਦਿਖਾਵੇ ਦਾ ਹੈ, ਹਰ ਕੰਮ ਸਾਡਾ ਲੋਕ ਦਿਖਾਵੇ ਲਈ ਹੈ। ਅਸੀਂ ਦੁਨੀਆ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਗੁਰੂ ਨਾਰਾਜ਼ ਹੁੰਦਾ ਹੋ ਜਾਏ ਪਰ ਦੁਨੀਆ ਨਾਰਾਜ਼ ਨਾ ਹੋਵੇ। ਅਸੀਂ ਆਪਣੇ ਸੰਸਕਾਰ ਜਦੋਂ ਕਰਦੇ ਹਾਂ ਬਹੁਤਾਤ ਰੀਤਾਂ ਰਸਮਾਂ ਉਹੋ ਜਿਹੀਆਂ ਕਰਦੇ ਹਾਂ ਜਿਹੜੇ ਦੁਨੀਆ ਦੇ ਆਖੇ ਲੱਗ ਕੇ ਕਰਦੇ ਹਾਂ, ਸੰਸਾਰ ਦੇ ਆਖੇ ਲੱਗ ਕੇ ਕਰਦੇ ਹਾਂ। ਦੁਨੀਆ ਕੀ ਕਹੇਗੀ, ਸਾਡਾ ਨੱਕ ਨਹੀਂ ਰਹਿਣਾ। ਇਹ ਨੱਕ ਨੇ ਸਾਰਾ ਕੁਝ ਮਾਰ ਲਿਆ ਸਾਡਾ, ਜਿਹਨੇ ਗੁਰੂ ਤੋਂ ਸਾਡੀ ਦੂਰੀ ਬਣਾ ਦਿੱਤੀ। ਨਹੀਂ ਵੀ ਕਰਨਾ ਚਾਹੁੰਦੇ ਪਰ ਲੋਕ ਲਾਜ ਲਈ ਅਸੀਂ ਫਿਰ ਕਰਦੇ ਹਾਂ। ਤੇ ਗੁਰੂ ਪਾਤਸ਼ਾਹ ਜੀ ਇਹ ਕਹਿੰਦੇ ਨੇ 12ਵੀਂ ਪੌੜੀ ਦੇ ਵਿੱਚ ਵੀ ਜਦੋਂ ਸਤਿਗੁਰੂ ਦੇ ਦੱਸੇ ਜੀਵਨ ਦੇ ਰਾਹ ਤੇ ਮਨੁੱਖ ਤੁਰਦਾ ਹੈ ਫਿਰ ਮਨ ਬੇਫਿਕਰ ਹੋ ਜਾਂਦਾ, ਦੁਨੀਆ ਦੀ ਲੋਕ ਲਾਜ ਤੋਂ ਉੱਪਰ ਉੱਠ ਜਾਂਦਾ। ਉਹਨੂੰ ਫਿਰ ਲਾਜ ਮੰਨਤੀ ਮਰ ਗਈ, ਘੁੰਗੜੇ ਖੋਲ ਚਲੀ। ਜਦੋਂ ਘੁੰਗੜੀ ਲਾ ਦਿੱਤਾ ਤਾਂ ਫਿਰ ਕੀ ਹੈ? ਹੁਣ ਕੋਈ ਕਹਾਣੀ ਬਾਣੀ ਨਹੀਂ ਹੈ। ਸਾਸ ਦੀਵਾਨੀ ਬਾਬਰੀ ਸਿਰ ਤੇ ਸੰਕਟ ਟਲੀ, ਪ੍ਰੇਮ ਬੁਲਾਈ ਰਲੀ ਸਿਓ ਮਨ ਮੈਂ ਸ਼ਬਦ ਆਨੰਦ, ਲਾਲ ਰੱਤੀ ਲਾਲੀ ਪਈ ਗੁਰਮੁਖ ਭਈ ਨਿਚਿੰਦ। ਹੁਣ ਤਾਂ ਰੰਗੀ ਗਈ ਉਹਦੇ ਵਿੱਚ, ਹੁਣ ਤਾਂ ਲਾਲ ਚੋਲਣਾ ਹੋ ਗਿਆ। ਤੋ ਇਹ ਜੀਵਨ ਵਿੱਚ ਆਈ ਹੋਈ ਤਬਦੀਲੀ ਦਾ ਜ਼ਿਕਰ ਹੈ ਕਿ ਵੀ ਜਦੋਂ ਗੁਰੂ ਦੇ ਸਤਿਗੁਰੂ ਬਖਸ਼ਿਸ਼ ਕਰਕੇ ਜੀਵਨ ਦਾ ਸਹੀ ਰਾਹ ਸਾਨੂੰ ਦੱਸ ਦਿੰਦਾ ਹੈ। ਜਦੋਂ ਸਤਿਗੁਰੂ ਜੀਵਨ ਦਾ ਸਹੀ ਰਾਹ ਦੱਸ ਦਿੰਦਾ ਹੈ ਉਦੋਂ ਸਾਨੂੰ ਜੀਵਨ ਦੀ ਸੋਝੀ ਵੀ ਹੋ ਜਾਂਦੀ ਹੈ। 13ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜਾ ਹੈ ਉਹ ਲੱਭ ਲੋਭ ਹੰਕਾਰ ਦੀਆਂ ਗੱਲਾਂ ਦੇ ਵਿੱਚ ਹੀ ਉਹਦਾ ਗੁਲਾਮ ਬਣ ਕੇ ਹੀ ਜੀਵਨ ਜਿਉਂਦਾ ਹੈ। ਉਹ ਲੱਭ ਲੋਭ ਹੰਕਾਰ ਦਾ ਹੀ ਗੁਲਾਮ ਬਣ ਕੇ ਜੀਵਨ ਜਿਉਂਦਾ, ਉਹਦਾ ਗੋਲਾ ਲੱਲਾ ਬਣ ਕੇ ਜਿਉਂਦਾ। ਜੀਵਨ ਦੀ ਖੇਡ ਸਾਰੀ ਇਵੇਂ ਖੇਡਦਾ ਹੈ ਤੇ ਜਦੋਂ ਜੀਵਨ ਦੀ ਖੇਡ ਦੀ ਸਾਰੀ ਇਸ ਤਰ੍ਹਾਂ ਖੇਡਦਾ ਫਿਰ ਜੀਵਨ ਦੀ ਬਾਜੀ ਹਾਰ ਜਾਂਦਾ, ਕਿਉਂਕਿ ਲੱਭ ਲੋਭ ਹੰਕਾਰ ਕੀ ਮਾਤੀ ਹੈ ਮਾਇਆ ਭਰਮ ਭੁਲਾਏ। ਮਾਇਆ ਦੇ ਵਿੱਚ ਭੁੱਲੇ ਹੋਏ ਨੇ। ਜਦੋਂ ਲੱਭ ਲੋਭ ਹੰਕਾਰ ਵਿੱਚ ਭੁੱਲਿਆ ਹੋਇਆ ਉਹਨੂੰ ਜੀਵਨ ਦਾ ਪਤਾ ਹੀ ਨਹੀਂ ਲੱਗਦਾ। ਤੇ ਜਦੋਂ ਜੀਵਨ ਦਾ ਪਤਾ ਨਹੀਂ ਲੱਗਦਾ, ਸਤਿਗੁਰੂ ਕਹਿੰਦੇ ਕੌਣ ਇਹੋ ਜਿਹਾ ਮਨੁੱਖ ਹੈ ਜਿਹੜਾ ਮਨਮੁਖ ਹੈ, ਜਿਹੜਾ ਮਾਇਆ ਦੇ ਮਨ ਦੇ ਪਿੱਛੇ ਦਾ ਮੂੰਹ ਮਨ ਵਾਲੇ ਪਾਸੇ ਹੈ, ਗੁਰੂ ਵਾਲੇ ਪਾਸੇ ਨਹੀਂ ਹੋਇਆ, ਜਿਹੜਾ ਦੁਨੀਆ ਵਾਲੇ ਪਾਸੇ ਵੱਲ ਮੂੰਹ ਕਰਕੇ ਤੁਰਦਾ ਹੈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਲੱਭ ਲੋਭ ਹੰਕਾਰ ਦਾ ਗੁਲਾਮ ਬਣ ਕੇ, ਗੁੱਲਾ ਲਾਲਾ ਬਣ ਕੇ ਜੀਵਨ ਦੀ ਖੇਡ ਖੇਡਦਾ ਹੈ, ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ, ਕਿਉਂਕਿ ਉਹ ਪ੍ਰਮਾਤਮਾ ਦੇ ਨਾਮ ਦੀ ਅਸਲ ਪੂੰਜੀ ਜਿਹੜੀ ਹੈ ਉਹਨੂੰ ਗਵਾ ਲੈਂਦਾ ਹੈ। ਹੁਣ ਦੋਨੇ ਚੀਜ਼ਾਂ ਜੋ ਇੱਕ ਹੀ ਹੋਣੀ ਹੈ ਨਾ, ਜਾਂ ਲੱਭ ਲੋਭ ਹੰਕਾਰ ਹੈ ਜਾਂ ਰੱਬ ਦੇ ਨਾਮ ਦੀ ਪੂੰਜੀ ਹੈ। ਤੇ ਜਦੋਂ ਉਹ ਜੀਵਨ ਵਾਂਗੂ ਦੁਨੀਆ ਲੋਕ ਲਾਜ ਦੇ ਕਰਕੇ ਆਪਣੀ ਅਸਲ ਰਾਸ ਪੂੰਜੀ ਜਿਹੜੀ ਹੈ ਉਹ ਗਵਾ ਲੈਂਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੌੜੀ ਵਿੱਚ ਸਾਨੂੰ ਸਮਝਾਉਂਦੇ ਨੇ ਵੀ ਪ੍ਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਨੁੱਖ ਮਾਇਆ ਦੇ ਮਗਰ ਲੱਗ ਕੇ ਝੱਲਾ ਜਾ ਹੋ ਜਾਂਦਾ, ਬਾਬਰਾ ਜਾ ਹੋ ਜਾਂਦਾ, ਕਮਲਾ ਜਾ ਹੋ ਜਾਂਦਾ। ਮਾਇਆ ਕਮਲਾ ਕਰ ਦਿੰਦੀ ਹੈ ਨਾ ਮਨੁੱਖ ਨੂੰ, ਝੱਲਾ ਬਣਾ ਦਿੰਦੀ ਹੈ। ਮਾਇਆ ਦਾ ਸੁਭਾਅ ਹੀ ਇਹੋ ਜਿਹਾ ਹੈ। ਪਰਮਾਤਮਾ ਦੇ ਸਿਮਰਨ ਤੋਂ ਤਿਆਗ ਕੇ, ਸਿਮਰਨ ਤੋਂ ਖੁੰਝ ਕੇ ਮਨੁੱਖ ਮਾਇਆ ਦੇ ਪਿੱਛੇ ਝੱਲਾ ਹੋ ਜਾਂਦਾ ਹੈ। ਹਾਏ ਮਰ ਗਿਆ, ਹਾਏ ਮਾਇਆ, ਹਾਏ ਮਾਇਆ। ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਆਤਮਿਕ ਮੌਤ ਨੂੰ ਆਪਣੇ ਪੱਲੇ ਬੰਨ ਲੈਂਦਾ, ਸਹੇੜ ਲੈਂਦਾ ਹੈ। ਉਹ ਤ੍ਰਿਸ਼ਨਾ ਕਰਕੇ ਆਤਮਿਕ ਮੌਤ ਨੂੰ ਸਹੇੜ ਲੈਂਦਾ। ਤੇ ਸਤਿਗੁਰੂ ਕਹਿੰਦੇ ਕਿਉਂਕਿ ਇਸ ਅਵਸਥਾ ਵਿੱਚ ਪਹੁੰਚਿਆ ਹੋਇਆ ਬੰਦਾ ਲੋਕਾਂ ਦੀ ਖੁਸ਼ਾਮਦ ਕਰਦਾ ਹੈ, ਲੋਕਾਂ ਦੇ ਤਰਲੇ ਜਾ ਕੇ ਕਰਦਾ, ਦਰ ਦਰ ਤੇ ਜਾ ਕੇ ਆਪਣਾ ਸਿਰ ਨਵਾ ਦਿੰਦਾ। ਹਾਂ ਤੁਸੀਂ ਮੇਰੇ ਮਾਈ ਬਾਪ ਜੀ, ਤੁਹਾਡੇ ਤੋਂ ਬਿਨਾਂ ਮੇਰਾ ਹੈ ਕੌਣ ਜੀ, ਤੁਸੀਂ ਮੈਨੂੰ ਬਚਾਓਗੇ ਜੀ, ਤੁਸੀਂ ਕਰੋਗੇ ਜੀ। ਉਹਦੀ ਕੋਈ ਇੱਜ਼ਤ ਨਹੀਂ, ਕੋਈ ਕਿਰਦਾਰ ਨਹੀਂ, ਕੋਈ ਕਰੈਕਟਰ ਨਹੀਂ, ਕੁਛ ਨਹੀਂ ਉਹਦਾ, ਕਿਉਂਕਿ ਉਹ ਖੇਡ ਇਹੋ ਜਿਹੀ ਖੇਡਦਾ ਹੈ ਜਿਹਦੇ। ਤਾਂ ਸਤਿਗੁਰੂ ਜੀ ਇਸ ਪੌੜੀ ਰਾਹੀਂ ਸਮਝਾਉਂਦੇ ਨੇ ਪਰਮਾਤਮਾ ਦੇ ਸਿਮਰਨ ਨੂੰ ਤੋਂ ਖੁੰਝ ਕੇ ਮਨੁੱਖ ਮਾਇਆ ਦੇ ਪਿੱਛੇ ਝੱਲਾ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਆਤਮਿਕ ਮੌਤ ਦਾ ਰਸਤਾ ਫੜ ਲੈਂਦਾ ਹੈ। ਕਿਉਂਕਿ ਐਸੇ ਚੰਦਰੇ ਮਨੁੱਖਾਂ ਦੀ ਵੀ ਸਿਰਫ ਇਸ ਵਾਸਤੇ ਖੁਸ਼ਾਮਦ ਕਰਨ ਲੱਗ ਪੈਂਦਾ ਕਿ ਉਹ ਵੱਡੇ ਹੁੰਦੇ ਨੇ, ਮਾਇਆਧਾਰੀ ਹੁੰਦੇ ਨੇ, ਜਿਹੜੇ ਬੰਦਿਆਂ ਦਾ ਕੋਈ ਕਿਰਦਾਰ ਨਹੀਂ। ਦੇਖੋ ਤੁਸੀਂ ਹੁਣ ਵੀ ਆ ਜੋ ਕੁਝ ਚੱਲ ਰਿਹਾ, ਤੁਸੀਂ ਆਪਣਾ ਇੰਡੀਆ 'ਚ ਦੇਖਦੇ ਆ, ਗਲਤ ਚੀਜ਼ਾਂ ਨੂੰ ਠੀਕ ਕਰਨ ਵਾਲੇ ਕਿੰਨੇ ਲੋਕ ਬੋਲਦੇ ਨੇ ਰੋਜ਼ ਮੀਡੀਆ ਦੇ ਉੱਤੇ, ਕਿੰਨੀਆਂ ਦਲੀਲਾਂ ਦੇਣਗੇ। ਉਹਨਾਂ ਨੂੰ ਪਤਾ ਅੰਦਰੋਂ ਆਵਾਜ਼ ਆਉਂਦੀ ਇਹ ਕਾਨੂੰਨ ਗਲਤ ਬਣ ਗਏ,
ਪਰ ਕਿਉਂਕਿ ਉਹਨਾਂ ਦੀ ਖੁਸ਼ਾਮਦ ਕਰਨੀ ਹੈ। ਇਹ ਖੁਸ਼ਾਮਦੀ ਲੋਕ ਜਿਹੜੇ ਨੇ ਗਲਤ ਨੂੰ ਠੀਕ ਕਹਿਣਾ, ਕੜਵੇ ਨੂੰ ਮਿੱਠਾ ਕਹਿਣਾ, ਮਿੱਠੇ ਨੂੰ ਕੜਵਾ ਕਹਿਣਾ। ਇਹਨਾਂ ਦਾ ਖੁਸ਼ਾਮਦ ਕਰਨਾ ਕੰਮ ਹੈ। ਇਹਨੇ ਜੀਂਦੇ ਨੂੰ ਮਰਿਆ ਕਹਿਣਾ, ਮਰੇ ਨੂੰ ਜੀਂਦਾ ਕਹਿਣਾ, ਝੂਠ ਨੂੰ ਸੱਚ ਕਹਿਣਾ, ਸੱਚ ਨੂੰ ਝੂਠ ਕਹਿਣਾ। ਇਹਨਾਂ ਦਾ ਸੁਭਾਅ ਹੈ, ਇਹਨਾਂ ਦੀ ਖੁਸ਼ਾਮਦ ਕਰਨਾ ਇਹਨਾਂ ਦੀ ਨੇਚਰ ਹੈ। ਤੋ ਗੁਰੂ ਸਾਹਿਬ ਜੀ ਇਸ ਗੱਲ 'ਚ ਕਹਿੰਦੇ ਵੀ ਇਹ ਕਿਹੜੇ ਲੋਕ ਨੇ ਜਿਨ੍ਹਾਂ ਅੰਦਰ ਪਰਮੇਸ਼ਰ ਦਾ ਭਾਵ ਨਹੀਂ ਹੁੰਦਾ, ਭਾਵਨੀ ਨਹੀਂ ਹੁੰਦੀ, ਡਰ ਨਹੀਂ ਹੁੰਦਾ, ਜਿਹੜੇ ਲੋਕਾਂ ਦੇ ਚਮਚੇ ਬਣਦੇ ਆ। ਇਹ ਕੌਣ ਨੇ? ਜਿਹਨੇ ਪਰਮੇਸ਼ਰ ਨਾਲ ਟੁੱਟੇ ਹੋਏ ਨੇ, ਖੁੰਝੇ ਹੋਏ ਨੇ, ਨਾਮ ਤੋਂ ਜਿਹਨਾਂ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਦਾ ਅੰਦਰ ਸਾਰਾ ਅੰਦਰ ਭਾਵਨਾ ਤੇ ਹੀ ਹੈ ਨਾ, ਅਸੀਂ ਕੁਝ ਬਣ ਜਾਈਏ, ਕੋਈ MLA ਲੜ ਲਾਂਗੇ, ਕੋਈ ਮਿਨਿਸਟਰ ਬਣ ਜਾਗੇ, ਕੋਈ ਗੱਦੀ ਮਿਲ ਜਾਏਗੀ। ਝੂਠ ਨੂੰ ਸੱਚ ਤਾਂ ਹੀ ਕਿਹਾ ਜਾ ਰਿਹਾ ਨਾ, ਤੇ ਸੱਚ ਨੂੰ ਝੂਠ ਤਾਂ ਹੀ ਕਿਹਾ ਜਾ ਰਿਹਾ। ਮਤਲਬ ਝੂਠ ਨੂੰ ਸੱਚ ਕਹਿਣਾ, ਸੱਚ ਨੂੰ ਝੂਠ ਕਹਿਣਾ। ਦੇਖੋ ਤੁਸੀਂ, ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦਾ ਕਿਰਦਾਰ ਕੀ ਹੈ। ਇਕੱਲੇ ਇਹ ਹੀ ਨਹੀਂ, ਇਹ ਤਾਂ ਇੱਕ ਉਦਾਹਰਨ ਐਗਜ਼ਾਮਪਲ ਮੈਂ ਸਾਹਮਣੇ ਰੱਖੀ ਜੋ ਸਾਹਮਣੇ ਮੌਜੂਦ ਹੈ। ਲੇਕਿਨ ਤੁਸੀਂ ਦੇਖੋ ਇੱਥੇ ਜਿੱਥੇ ਤੁਸੀਂ ਇਸ ਦੇਸ਼ ਵੀ ਦੇਖੋਗੇ ਉੱਥੇ ਵੀ ਉਹੀ ਘਟਨਾ ਹੈ। ਇੱਥੇ ਸਾਰੇ ਸਭ ਕੁਝ ਹੋਣ ਦੇ ਬਾਵਜੂਦ ਵੀ ਫਿਰ ਕਹਿੰਦੇ ਅਸੀਂ ਕੋਈ ਨਹੀਂ ਹਾਰੇ। ਕਿਉਂ? ਕਾਰਨ ਕੀ ਹੈ? ਮਗਰ ਲੱਗਣ ਵਾਲੇ ਵੀ ਉਹੋ ਜਿਹੇ, ਦੰਗੇ ਫਸਾਦ ਕਰਨ ਵਾਲੇ ਵੀ ਉਹੋ ਜਿਹੇ। ਕਾਰਨ ਸਿੱਧਾ ਹੈ ਕਿ ਕੁਛ ਨਾ ਕੁਛ ਲੈਣ ਦੀ ਇੱਛਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਵੀ ਮਾਇਆ ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ ਦੇ ਪਿੱਛੇ ਲੱਗ ਕੇ ਮਨੁੱਖ ਕਮਲਾ ਹੋ ਜਾਂਦਾ, ਝੱਲਾ ਹੋ ਜਾਂਦਾ। ਤੇ ਇਹਦੇ ਵਿੱਚ ਫਿਰ ਕਿ ਆਤਮਿਕ ਮੌਤ ਹੀ ਉਹਦੇ ਪੱਲੇ ਪੈਂਦੀ ਹੈ। ਮਨੁੱਖਾਂ ਦੀ ਖੁਸ਼ਾਮਦ ਵੀ ਕਰਦਾ ਰਹਿੰਦਾ, ਹਰ ਬੰਦੇ ਦੇ ਜਾ ਕੇ ਪੈਰਾਂ ਤੇ ਡਿੱਗ ਪੈਣਾ ਉਹਦਾ ਸੁਭਾਅ ਜਿਹੜਾ ਬਣ ਜਾਂਦਾ, ਕਿਉਂਕਿ ਉਹ ਮਾਇਆਧਾਰੀ ਹੁੰਦਾ। ਅਗਲੀ ਪੌੜੀ ਸਤਿਗੁਰੂ ਜੀ ਕਹਿੰਦੇ 15ਵੀਂ ਪੌੜੀ ਦੇ ਵਿੱਚ, ਭਾਵੇਂ ਜਗਤ ਨਿਰਵੈਰ ਅਜੂਨੀ ਨਿਰਲੇਪ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ ਹੈ। 15ਵੀਂ ਪੌੜੀ ਵਿੱਚ ਸਤਿਗੁਰੂ ਜੀ ਜਿਹੜਾ ਬਚਨ ਦਿੰਦੇ ਨਾ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਧੈਰ, ਜੋ ਦਿਸੇ ਸੋ ਆਪੇ ਆਪ, ਆਪ ਉਪਾਏ ਆਪੇ ਘੜ ਥਾਪ, ਆਪ ਗੋਚਰ ਧੰਦਾ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵੀ ਹੋਣਾ ਮੁਕਤ ਕਿਵੇਂ ਹੋਈ। ਤਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਜਗਤ ਨਿਰਵੈਰ ਅਜੂਨੀ ਨਿਰਲੇਪ ਪਰਮਾਤਮਾ ਦਾ ਆਪਣਾ ਬਣਾਇਆ ਹੋਇਆ। ਸਾਰੀਆਂ ਡੈਫੀਨੇਸ਼ਨ ਜਿਸ ਪੌੜੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਦਿੱਤੀਆਂ, ਤੇ ਆਪਣਾ ਹੀ ਉਹਦਾ ਸਰੂਪ ਹੈ। ਪਰ ਮਨੁੱਖ ਉਸ ਦੀ ਯਾਦ ਨੂੰ ਭੁਲਾ ਕੇ ਮਾਇਆ ਦੀ ਭਟਕਣਾ ਵਿੱਚ ਪੈ ਜਾਂਦਾ ਹੈ। ਇਸ ਭਟਕਣਾ ਤੋਂ ਖਲਾਸੀ ਉਦੋਂ ਹੀ ਹੋ ਸਕਦੀ ਹੈ, ਛੁਟਕਾਰਾ ਉਦੋਂ ਹੀ ਹੋ ਸਕਦਾ, ਸੁਖ ਤਦੋਂ ਹੀ ਤਾਂ ਹੀ ਮਿਲ ਸਕਦਾ ਹੈ। ਮਨੁੱਖ ਇਨਸਾਨ ਸੁਖੀ ਤਾਂ ਹੀ ਹੋ ਸਕਦਾ ਹੈ ਜੇ ਉਹ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ, ਉਹਦੀ ਯਾਦ ਵਿੱਚ ਜੁੜੇ। ਹੋਰ ਕਿਸੇ ਚੀਜ਼ ਨਾਲ ਸੁਖ ਦੀ ਪ੍ਰਾਪਤੀ ਨਹੀਂ ਹੋਣੀ, ਕਿਉਂਕਿ ਨਾਮ ਵੀ ਹੋਣਾ ਮੁਕਤ ਕਿਵੇਂ ਹੋਈ, ਉਹਦੇ ਬੰਧਨ ਕਿਵੇਂ ਟੁੱਟ ਸਕਦੇ ਨੇ, ਸੁਖ ਨਹੀਂ ਮਿਲਣਾ। ਕਰ ਆਚਾਰ ਸੱਚ ਸੁਖ ਹੋਈ, ਕਰ ਆਚਾਰ ਸੱਚ ਸੁਖ ਹੋਈ। ਫਿਰ ਕੀ ਕਹਿੰਦੇ ਨੇ? ਨਾਮ ਵੀ ਹੋਣਾ ਮੁਕਤ ਕਿਵੇਂ ਹੋਈ। ਨਾਮ ਤੋਂ ਵਿਹਣੇ ਨੂੰ ਕਿਵੇਂ ਮੁਕਤੀ ਮਿਲੇਗੀ? ਵੀ ਇਹ ਸੱਚ ਦਾ ਆਚਾਰ ਬਣਾ, ਇਹ ਜੀਵਨ ਬਣਾ, ਤਾਂ ਤੇਰੀ ਕਹਾਣੀ ਜਿਹੜੀ ਹੈ ਇਹ ਬਣੇਗੀ। ਤਾਂ ਸਤਿਗੁਰੂ ਪਾਤਸ਼ਾਹ ਜੀ ਅਗਲੀ ਪੌੜੀ 'ਚ ਫਿਰ ਸਾਨੂੰ ਸਮਝਾਉਂਦੇ ਕਿ ਪਰਮਾਤਮਾ ਦੀ ਯਾਦ ਭੁੱਲਣ ਕਰਕੇ ਮਨੁੱਖ ਦੇ ਜਿਹੜੇ 11 ਇੰਦਰੇ ਨੇ, ਅੱਖ, ਕੰਨ, ਜੀਭ ਆਦਿਕ ਇੰਦਰੇ, ਪਰਾਈ ਨਿੰਦਾ ਬਸ ਉਸੇ ਪਾਸੇ ਨੂੰ ਤੁਰ ਪੈਂਦੇ ਨੇ, ਪਰਾਈ ਨਿੰਦਾ ਆਦਿਕ ਵਾਲੇ ਪਾਸੇ ਹੀ ਰਸਤਾ ਫੜ ਲੈਂਦੇ ਨੇ। ਗਲਤ ਰਸਤੇ ਤੇ ਤੁਰਨਾ, ਜ਼ਬਾਨ ਨਾਲ ਗੰਦਾ ਬੋਲਣਾ, ਜ਼ਬਾਨ ਨਾਲ, ਅੱਖਾਂ ਨਾਲ ਗਲਤ ਵੇਖਣਾ, ਕੰਨਾਂ ਦੇ ਨਾਲ ਗਲਤ ਸੁਣਨਾ, ਇਹ ਸਾਰੇ ਇੰਦਰੇ ਜਿਹੜੇ ਨੇ ਮਨੁੱਖ ਦੇ, ਇਹ ਉਸ ਪਾਸੇ ਨੂੰ ਤੁਰ ਪੈਂਦੇ ਹਨ ਤੇ ਇਹਦੇ ਆਤਮਿਕ ਜੀਵਨ ਨੂੰ ਸੁੱਟ ਦਿੰਦੇ ਹਨ। ਆਤਮਿਕ ਜੀਵਨ ਥੱਲੇ ਸੁੱਟ ਦਿੰਦੇ ਨੇ, ਆਤਮਿਕ ਜੀਵਨ ਡਿੱਗ ਜਾਂਦਾ ਹੈ। ਮਨੁੱਖ ਇੱਥੇ ਕੋਈ ਆਤਮਿਕ ਖੱਟੀ ਨਹੀਂ ਫਿੱਟ ਕਰਦਾ। ਇਹੋ ਜਿਹਾ ਮਨੁੱਖ ਕੋਈ ਆਤਮਿਕ ਤੌਰ ਤੇ ਖੱਟੀ ਨਹੀਂ ਖੜ ਸਕਦਾ, ਜੋ ਕਿ ਜੋ ਇਹ ਕਿਰਤਕਾਰ ਕਰਦਾ ਹੈ ਉਹ ਖੱਟੀ ਹੋਣ ਕਰਕੇ ਉਸਦੇ ਜੀਵਨ ਵੱਲੋਂ ਹੋਰ ਪਰੇ ਪਰੇ ਲੈ ਜਾਂਦੀ ਹੈ। ਦੇਖੋ ਗੁਰੂ ਪਾਤਸ਼ਾਹ ਕਿਹੋ ਜਿਹੀ ਗੱਲ ਕਹਿੰਦੇ ਵੀ ਉਹਦਾ ਹਰਾ ਕੰਮ ਹੀ ਜਿਹੜਾ ਇਹੋ ਜਿਹਾ ਆ ਵੀ ਜਿਹਦੇ ਵਿੱਚ ਕੋਈ ਲਾਭ ਨਹੀਂ ਮਿਲਦਾ, ਸਗੋਂ ਉਹਦਾ ਸਾਰਾ ਕੰਮ ਇਹੋ ਜਿਹਾ ਜਿਹੜਾ ਉਹਨੂੰ ਦੂਰੀ ਬਣਾ ਦਿੰਦਾ। ਇੱਥੇ ਇਹ ਜ਼ਿਕਰ ਕੀਤਾ ਗਿਆ ਵੀ ਪਰਮੇਸ਼ਰ ਦੇ ਨਾਮ ਦੇ ਨੂੰ ਖੁੰਝ ਕੇ ਕੇਵਲ ਰੋਜ਼ਗਾਰ ਲਈ ਜਾਂ ਜੀਵਨ ਨਿਰਬਾਹ ਲਈ ਧੰਦਾ ਕਰਦਿਆਂ, ਇਹ ਕੰਮ ਕਰਨਾ ਧੰਦਾ ਹੈ। ਇਹ ਧੰਦੇ ਦੇ ਵਿੱਚ ਫਸਿਆ ਹੋਇਆ ਮਨੁੱਖ ਜਿਹੜਾ ਹੈ ਉਹ ਜਨਮ ਗਵਾ ਕੇ ਇਸ ਸੰਸਾਰ ਤੋਂ ਤੁਰ ਜਾਂਦਾ ਤੇ ਨਾਮ ਤੋਂ ਬਿਨਾਂ ਪਰਮੇਸ਼ਰ ਦੇ ਦਰ ਤੇ ਪੱਤ ਨਹੀਂ ਬਣ ਸਕਦੀ। ਅਗਲੀ ਪੌੜੀ 'ਚ ਹੁਣ ਸਤਿਗੁਰੂ ਜੀ ਦੂਜਾ ਪਾਸਾ ਦੱਸਦੇ ਨੇ 17ਵੀਂ ਪੌੜੀ 'ਚ, ਜੋ ਮਨੁੱਖ ਗੁਰੂ ਦੀ ਦੱਸੀ ਮੱਤ ਉੱਤੇ ਤੁਰ ਕੇ ਪਰਮਾਤਮਾ ਦੇ ਗੁਣਾਂ ਵਿੱਚ ਆਪਣਾ ਚਿੱਤ ਜੋੜਦਾ ਹੈ
ਪਰਮਾਤਮਾ ਨਾਲ ਉਹਦੀ ਡੂੰਘੀ ਜਾਣ ਪਛਾਣ ਬਣ ਜਾਂਦੀ ਹੈ। ਪਰਮਾਤਮਾ ਨਾਲ ਉਹਦੀ ਜਾਣ ਪਛਾਣ ਬਣ ਜਾਂਦੀ ਹੈ ਤੇ ਪ੍ਰਭੂ ਦੀਆਂ ਬਖਸ਼ਾਂ ਦੀ ਉਹਨੂੰ ਕਦਰ ਦੀ ਸਮਝ ਆ ਜਾਂਦੀ ਹੈ। ਮਾਲਕ ਨੇ ਕਿਆ ਕੁਝ ਦਿੱਤਾ, ਕੀ ਨੇ ਦਿੱਤਾ, ਜੋ ਬੋਲਣ ਲਈ ਜ਼ੁਬਾਨ ਦਿੱਤੀ, ਚੱਲਣ ਲਈ ਪੈਰ ਦਿੱਤੇ, ਸੁਣਨ ਲਈ ਕੰਨ ਦਿੱਤੇ, ਰਸਨਾ ਦਿੱਤੀ ਸਵਾਦ, ਸਾਰਾ ਕੁਝ ਦੇਖਣ ਲਈ ਕੀ ਨਹੀਂ ਦਿੱਤਾ ਮਾਲਕ ਨੇ। ਉਸ ਮਾਲਕ ਨੂੰ ਹਰ ਚੀਜ਼ ਫਿਰ ਸਮਝ ਉਹਦੀ ਦਿੱਤੀ ਹੋਈ ਦਾਤ ਦੀ ਸਮਝ, ਤੇ ਉਹਦਾ ਹਰ ਬੋਲ ਤੋਂ ਹਰ ਵੇਲੇ ਸ਼ੁਕਰਾਨਾ ਨਿਕਲਦਾ ਹੈ, ਧੰਨਵਾਦ ਦੇ ਬੋਲ ਨਿਕਲਦੇ ਨੇ ਹਰ ਵੇਲੇ। ਉਸ ਮਾਲਕ ਦੇ ਬਖਸ਼ਾਂ ਦੀ ਫਿਰ ਕਦਰ ਉਹਦੇ ਅੰਦਰ ਬਣੀ ਰਹਿੰਦੀ, ਮਾਲਕਾ ਤੂੰ ਬੇਅੰਤ ਹੈ, ਬਹੁਤ ਕੁਝ ਦਿੱਤਾ ਹੈ, ਬਹੁਤ ਕੁਝ ਦਿੱਤਾ ਹੈ। ਪਰ ਇਹੋ ਹੀ ਕਹਿੰਦਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ। ਉਹਦੇ ਸ਼ੁਕਰਾਨੇ 'ਚ ਖਾਣ ਲੱਗਿਆ, ਪਹਿਨਣ ਲੱਗਿਆ ਵੀ ਇਹੀ ਕਹਿੰਦਾ, ਮਾਲਕਾ ਤੂੰ ਇੰਨੇ ਕੱਪੜੇ ਦਿੱਤੇ, ਤੇਰਾ ਲੱਖ ਲੱਖ ਸ਼ੁਕਰ ਹੈ। ਤੂੰ ਮੈਨੂੰ ਸੌਣ ਲਈ ਰਾਤ ਨੂੰ ਨੀਂਦ ਦੇ ਦਿੱਤੀ, ਤੇਰਾ ਲੱਖ ਸ਼ੁਕਰ ਹੈ। ਬਸ ਇਹੋ ਹੀ ਹੈ ਉਹਦਾ ਜ਼ਿੰਦਗੀ ਦਾ ਹਰ ਪਲ ਜਿਹੜਾ ਸ਼ੁਕਰਾਨੇ ਵਿੱਚ ਹੈ, ਜਿਹੜੇ ਮਨੁੱਖ ਦੇ ਉਸ ਮਾਲਕ ਦੀਆਂ ਬਖਸ਼ਾਂ ਦੀ ਕਦਰ ਦੀ ਗੱਲ ਨੂੰ ਜਿਹੜੀ ਹੈ ਸਮਝ ਆ ਜਾਂਦੀ ਹੈ। ਤਾਂ ਸਤਿਗੁਰੂ ਜੀ 18ਵੀਂ ਪੌੜੀ 'ਚ ਕਹਿੰਦੇ, ਪਰਮਾਤਮਾ ਦੀ ਰਚੀ ਮਰਿਆਦਾ ਅਨੁਸਾਰ ਹਉਮੈ ਮਨੁੱਖ ਦੇ ਆਤਮਿਕ ਜੀਵਨ ਨੂੰ ਨਾਸ਼ ਕਰ ਦਿੰਦੀ ਹੈ ਤੇ ਮਨੁੱਖ ਕਾਮ ਕ੍ਰੋਧ ਆਦਿ ਦਾ ਸ਼ਿਕਾਰ ਹੋ ਜਾਂਦਾ ਹੈ। ਹੁਣ ਅੱਗੇ ਸਾਰਾ ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੇ, ਇਹ ਸਾਰਾ ਆਪਾਂ ਵਿਚਾਰ ਲੰਬੀ ਪਹਿਲਾਂ ਕੀਤੀ ਸੀ। ਹੁਣ ਸੰਖੇਪ ਜੀ ਗੱਲ ਕਰ ਰਹੇ ਹਾਂ ਵੀ ਸਤਿਗੁਰ ਸਮਝਾਉਂਦੇ ਕੀ ਨੇ, ਕਿ ਮਨੁੱਖ ਜਿਹੜਾ ਫਿਰ ਮਨੁੱਖ ਕਾਮ ਕ੍ਰੋਧ ਦਾ ਜਿਹੜਾ ਸ਼ਿਕਾਰ ਹੋ ਜਾਂਦਾ। ਪਰ ਕਾਮ ਕ੍ਰੋਧ ਵਿੱਚ ਆਤਮਿਕ ਮੋਤੇ ਮਰਿਆ ਮਨੁੱਖ ਵੀ ਪ੍ਰਭੂ ਦੀ ਮਿਹਰ ਨਾਲ ਗੁਰੂ ਦੀ ਦੱਸੀ ਘਾਲ ਨਾ ਘਾਲ ਕੇ, ਗੁਰੂ ਦੀ ਸਿੱਖਿਆ ਤੇ ਤੁਰ ਕੇ ਜਦੋਂ ਪੂਰਾ ਉਤਰਦਾ ਹੈ ਤਾਂ ਫਿਰ ਸੋਹਣੇ ਆਚਾਰ ਵਾਲਾ ਬਣ ਜਾਂਦਾ, ਸੋਹਣੇ ਜੀਵਨ ਵਾਲਾ ਬਣ ਜਾਂਦਾ, ਪਰਮਾਤਮਾ ਦੀ ਨਜ਼ਰ ਕਬੂਲ ਹੋ ਜਾਂਦਾ ਹੈ। ਮਾੜੇ ਤੋਂ ਮਾੜਾ ਮਨੁੱਖ ਵੀ ਅਗਰ ਗੁਰੂ ਦੀ ਸ਼ਰਨ ਵਿੱਚ ਪੈ ਜਾਵੇ ਤਾਂ ਗੁਰੂ ਰਹਿਮਤ ਕਰਕੇ ਉਹਨੂੰ ਆਪਣੇ ਨਾਲ ਜੋੜ ਲੈਂਦਾ ਹੈ। ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਇਹ ਸਾਨੂੰ ਵਿਚਾਰ ਦਿੰਦੇ ਹਨ। 19ਵੀਂ ਪੌੜੀ ਹੈ ਵੀ ਕਹਿੰਦੇ ਨੇ ਕਿ ਦੁਨੀਆ ਦੇ ਜਿਹੜੇ ਭੋਗ ਨੇ ਸਿਰਫ ਆਤਮਿਕ ਮੌਤ ਲਿਆਉਂਦੇ ਨੇ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਈ ਮਨ ਸਤਿਗੁਰ ਦੀਆ, ਖਰਾ ਖਰਾ ਆਖੇ ਸਭ ਕੋਏ, ਖਰਾ ਰਤਨ ਜੁਗ ਚਾਰੇ ਹੋਏ, ਖਾਤ ਪੀਅੰਤ ਮੂਹੇ ਨਹੀਂ ਜਾਣਿਆ, ਖਿਨ ਮੈਂ ਮੂਹੇ 'ਚ ਸ਼ਬਦ ਪਛਾਣਿਆ, ਅਸਥਿਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਹੁਣ ਸਾਰੀ ਪੌੜੀ ਦਾ ਭਾਵ ਛੋਟਾ ਜਿਹਾ ਇਹ ਹੈ ਵੀ ਜਿਹੜੀ ਦੁਨੀਆ ਦੇ ਜਿਹੜੇ ਭੋਗ ਨੇ ਉਹ ਕੇਵਲ ਆਤਮਿਕ ਮੌਤ ਲਿਆਉਂਦੇ ਨੇ, ਪਰ ਸਤਿਗੁਰ ਦਾ ਸ਼ਬਦ ਜਿਹੜਾ ਹੈ ਉਹ ਕਾਮ ਕ੍ਰੋਧ ਆਤਮ ਵੱਲੋਂ ਹਟਾ ਕੇ ਬੰਦੇ ਨੂੰ ਅਡੋਲ ਕਰ ਦਿੰਦਾ। ਸਵਾਰਥ ਖੁਦਗਰਜੀ ਹਟਾਉਣ ਦੇ ਸਦਵਾਰਥ ਵੱਲੋਂ ਖੁਦਗਰਜੀ ਵੱਲੋਂ ਹਟਾ ਦਿੰਦਾ ਹੈ। ਮਨੁੱਖ ਨੂੰ ਪ੍ਰੇਰਨਾ ਦਿੰਦਾ ਵੀ ਛੱਡ ਜੀਵਨ ਨੂੰ, ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪੈਦਾ ਕਰਦਾ। ਗੁਰੂ ਦਾ ਸ਼ਬਦ ਜਿਹੜਾ ਹੈ, ਜਿਸ ਨੇ ਗੁਰੂ ਦੇ ਸ਼ਬਦ ਵਿੱਚ ਮਨ ਜੋੜਿਆ ਹੈ ਉਹ ਸੱਚਾ ਤੇ ਸਭ ਤੋਂ ਵਧੀਆ ਬਣ ਜਾਂਦਾ ਹੈ। ਗੁਰੂ ਦੀ ਕਿਰਪਾ ਨਾਲ ਇਹ ਜੀਵਨ ਉਹਦਾ ਹੈ ਉਹ ਸਵਾਰਿਆ ਜਾਂਦਾ, ਵਧੀਆ ਬਣ ਜਾਂਦਾ ਹੈ। ਤੇ 20ਵੀਂ ਪੌੜੀ ਸਤਿਗੁਰੂ ਜੀ ਕਹਿੰਦੇ ਨੇ, ਸਤਿਗੁਰੂ ਦੀ ਮੱਤ ਹੀ ਮਨੁੱਖ ਦੇ ਜੀਵਨ ਲਈ ਸ੍ਰੇਸ਼ਟ ਰਸਤਾ ਹੈ। ਗੁਰੂ ਦੀ ਮੱਤ ਜਿਹੜੀ ਹੈ ਸਭ ਬਸ ਗੁਰੂ ਕੀ ਮੱਤ ਤੋਂ ਲੈ ਆਨੇ, ਭਗਤ ਬਿਨਾ ਡੂਬੇ ਸਿਆਣੇ। ਇਸੇ ਕਰਕੇ ਗੁਰੂ ਦੀ ਮੱਤ ਲੈਣ ਦੀ ਗੱਲ ਕੀਤੀ ਹੈ। ਸਤਿਗੁਰੂ ਦੇ ਰਾਹ ਤੇ ਤੁਰ ਕੇ ਜੇ ਮਨੁੱਖ ਪਰਮਾਤਮਾ ਦੀ ਯਾਦ ਵਿੱਚ ਆਪਣੀ ਸੁਰਤ ਨੂੰ ਜੋੜੇ ਤਾਂ ਇਸ ਦਾ ਮਨ ਮਾਇਆ ਵਿੱਚ ਡੋਲਣੋਂ ਹਟ ਜਾਂਦਾ ਹੈ। ਹੋਰ ਕੋਈ ਰਸਤਾ ਨਹੀਂ, ਹੋਰ ਕੋਈ ਥਾਂ ਨਹੀਂ ਹੈ ਜਿੱਥੇ ਅਗਲੀ ਪੌੜੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਦੀ ਸ਼ਰਨ ਪੈ ਕੇ ਹੀ, ਗੁਰੂ ਦਾ ਸ਼ਬਦ ਹੀ ਸਾਨੂੰ ਪਰਮਾਤਮਾ ਦੇ ਨਾਲ ਜੋੜਦਾ ਹੈ। ਤੋਂ 20 ਪੌੜੀਆਂ ਦਾ ਸੰਖੇਪ ਜਿਹਾ ਭਾਵ ਆਪਾਂ ਅੱਜ ਵਿਚਾਰ ਕੀਤੀ ਹੈ। ਕੱਲ ਅਸੀਂ ਬਾਕੀ ਰਹਿੰਦੀਆਂ ਪੌੜੀਆਂ ਦੀ ਵਿਚਾਰ ਕਰਕੇ ਇਸ ਬਾਣੀ ਦੀ ਸਮਾਪਤੀ ਜਿਹੜੀ ਹੈ ਉਹ ਪੂਰੀ ਹੋ ਜਾਏਗੀ। ਅੱਜ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਪਾਸੋਂ ਖਿਮਾ ਚਾਹੁੰਦਾ ਹਾਂ ਜੀ। ਸਮਾਂ ਹੋ ਗਿਆ, ਆਪ ਸਾਰਿਆਂ ਨੂੰ ਬੇਨਤੀ ਹੈ ਭੁੱਲ ਚੁੱਕ ਦੀ ਖਿਮਾ ਕਰਦੇ ਹੋ ਕਿ ਕਿਰਪਾ ਕਰਕੇ ਆਪ ਬਖਸ਼ਿਸ਼ ਕਰੋ ਤੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।